ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋ ਜਗਬਾਣੀ ਟੀਵੀ ਦੇ ਨਾਲ। ਮੈਂ ਹਾਂ ਰਮਨਦੀਪ ਸਿੰਘ ਸੋਢੀ। ਅੱਜ ਸਾਡੇ ਸਟੂਡੀਓ 'ਚ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਪੰਜਾਬ ਦੇ ਸੀਨੀਅਰ ਲੀਡਰ ਤੇ ਭਾਜਪਾ ਦੇ ਨਵ ਨਿਯੁਕਤ ਪ੍ਰਧਾਨ ਸੁਨੀਲ ਜਾਖੜ ਜੀ। ਉਹਨਾਂ ਦੇ ਨਾਲ ਪੰਜਾਬ ਦੀ ਪੋਲਿਟਿਕਸ ਤੇ ਪੰਜਾਬ ਦੇ तमाम ਮੁੱਦਿਆਂ ਤੇ ਵਿਸਥਾਰ 'ਚ ਗੱਲਬਾਤ ਕਰਾਂਗੇ। ਜਾਖੜ ਸਾਹਿਬ, ਬਹੁਤ-ਬਹੁਤ ਸਵਾਗਤ ਤੁਹਾਡਾ ਜਗਬਾਣੀ ਤੇ। ਮਿਹਰਬਾਨੀ ਰਮਨ ਜੀ। ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਬਾਦ ਜਾਖੜ ਸਾਹਿਬ। ਤੁਹਾਨੂੰ ਕਾਂਗਰਸ ਵਿੱਚ ਵੀ ਪ੍ਰਧਾਨਗੀ ਦਾ ਮੌਕਾ ਮਿਲਿਆ ਤੇ ਤੁਹਾਨੂੰ ਭਾਜਪਾ ਨੇ ਵੀ ਇਹ ਮੌਕਾ ਦਿੱਤਾ। ਪ੍ਰਧਾਨਗੀ ਦਾ ਮੈਂ ਸਮਝਦਾ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ ਸਰ ਜੀ। ਇਹਨੂੰ ਮੈਂ ਕੋਈ ਪਦਵੀ ਨਹੀਂ ਸਮਝਦਾ, ਇਹਨੂੰ ਜ਼ਿੰਮੇਵਾਰੀ ਸਮਝਦਾ। ਕਿਉਂਕਿ ਕਈ ਵਾਰੀ ਵਰਡ ਇਸਤੇਮਾਲ ਕਰ ਦਿੰਦੇ ਆ ਤਾਜਪੋਸ਼ੀ ਦਾ। ਹੁਣ ਵੀ ਕੋਈ ਕਹਿ ਰਿਹਾ ਸੀ ਜੀ ਤਾਜਪੋਸ਼ੀ ਹੋਣ ਜਾ ਰਹੀ ਹੈ ਜੀ। ਤਾਜ ਸਿਰ ਤੇ ਰੱਖਿਆ ਜਾਂਦਾ ਹੈ ਤੇ ਨਾਰਮਲੀ ਜਿਹਦੇ ਸਿਰ ਤੇ ਤਾਜ ਰੱਖਿਆ ਜਾਵੇ ਰਮਨ ਜੀ, ਪ੍ਰੋਬਲਮ ਕੀ ਹੁੰਦੀ ਹੈ, ਉਹ ਤਾਜ ਦਾ ਜਿਹੜਾ ਨਸ਼ਾ ਦਿਮਾਗ 'ਚ ਚੜ ਜਾਂਦਾ, ਬੰਦੇ ਨੂੰ ਘਮੰਡ ਜਾਂ ਅਹੰਕਾਰ ਹੋ ਜਾਂਦਾ ਹੈ। ਹਾਂਜੀ। ਆਪਣੇ ਤਾਂ ਬਾਣੀ 'ਚ ਲਿਖਿਆ ਹੈ ਅਹੰਕਾਰਿਆ ਸੋ ਮਾਰਿਆ। ਉਹ ਪਹਿਲੀ ਮਤਲਬ ਇੱਕ ਰੈਸਿਪੀ ਹੈ ਫॉर ਡਿਜ਼ਾਸਟਰ ਵੀ। ਜਦੋਂ ਤਾਜਪੋਸ਼ੀ ਕੋਈ ਆਪਣੇ ਆਪ ਨੂੰ ਤਾਜਧਾਰੀ ਸਮਝਣ ਲੱਗ ਜਾਂਦਾ ਹੈ ਤੇ ਉਹ ਫਿਰ ਅਹੰਕਾਰ 'ਚ ਕੰਮ ਕਰਦਾ ਹੈ। ਮੇਰਾ ਮੰਨਣਾ ਜ਼ਿੰਮੇਵਾਰੀ ਹੈ ਉਹ ਮੋਢਿਆਂ ਤੇ ਪੈਂਦੀ ਹੈ ਸਭ। ਜਦੋਂ ਮੋਢਿਆਂ ਤੇ ਜ਼ਿੰਮੇਵਾਰੀ ਪੈਂਦੀ ਹੈ ਤਾਂ ਬੰਦਾ ਫਿਰ ਨਿਮ ਕੇ ਚੱਲਦਾ ਹੈ। ਤੇ ਅਸੀਂ ਤਾਂ ਚਾਹੇ ਸਾਡਾ ਲਕਸ਼ਯ ਜਿਹੜਾ ਹੈ ਸੇਵਾ ਦਾ ਹੈ, ਨਿਮ ਕੇ ਚੱਲਣ ਦਾ ਹੈ, ਉੱਥੇ ਮੌਕਾ ਦਿੱਤਾ, ਆਪਣੇ ਕੋਲ ਤਨਦੇਹੀ ਨਾਲ ਨਿਭਾਈ ਜੀ। ਕਈ ਲੋਕ ਗੱਲ ਕਰ ਦਿੰਦੇ ਜੀ ਤੁਸੀਂ ਉਹਨਾਂ ਨੂੰ ਛੱਡਿਆ ਜੀ, ਇਹ ਕੀਤਾ ਸੀ ਉਹ ਕੀਤਾ ਸੀ। ਮੈਂ ਇੱਕੋ ਹੀ ਗੱਲ ਕਹਿਣਾ ਸਾਹਿਬ, ਸੁਨੀਲ ਜਾਖੜ ਤਾਂ ਉੱਥੇ ਹੀ ਖੜਾ ਹੈ। ਸੁਨੀਲ ਜਾਖੜ ਦੀ ਸੋਚ ਨਹੀਂ ਬਦਲੀ। ਜਿਹੜੇ ਲੋਕ ਸਵਾਲ ਪੁੱਛਦੇ ਉਹ ਬਦਲ ਗਏ ਸਾਹਿਬ। ਜਿਹੜੇ ਲੋਕਾਂ ਨੇ ਸੈਕੂਲਰਿਜ਼ਮ ਦਾ ਮੁਖੌਟਾ ਚਾੜਿਆ ਸੀ, ਉਹ ਸੈਕੂਲਰਿਜ਼ਮ ਦਾ ਮੁਖੌਟਾ ਪਾਸੇ ਹੋ ਗਿਆ। ਤੁਹਾਡੇ ਹਾਲਾਤ ਤੇ ਗੀਤ ਝੁਕਦਾ ਜਾਖੜ ਸਾਹਿਬ ਵੀ ਤੁਸੀਂ ਮੌਸਮ ਵਾਂਗੂ ਬਦਲ ਗਏ, ਅਸੀਂ ਰੁੱਖਾਂ ਵਾਂਗੂ ਖੜੇ ਰਹੇ। ਅਸੀਂ ਤਾਂ ਖੜੇ ਰਹੇ ਸਾਹਿਬ। ਅਸੀਂ ਤੁਸੀਂ ਕੁਝ ਸਮਝ ਲਓ, ਬਿਲਕੁਲ ਤੁਹਾਡਾ ਕਹਿਣਾ ਬੜਾ ਠੀਕ ਹੈ। ਅਸੀਂ ਤਾਂ ਉੱਥੇ ਖੜੇ ਹਾਂ। ਅਗਰ ਜਿਸ ਸੈਕੂਲਰ ਪਾਰਟੀ 'ਚ ਇੱਕ ਪੰਜਾਬ ਵਰਗੇ ਸੂਬੇ ਦੇ ਉੱਤੇ ਮੈਂ ਸਮਝਦਾ ਗੁਰੂ ਮਹਾਰਾਜ, ਗੁਰੂਆਂ ਦੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਰਮਨ ਜੀ। ਤੇ ਤੁਸੀਂ ਸੁਨੀਲ ਨੂੰ ਛੱਡੋ, ਤੁਸੀਂ ਗੁਰੂ ਮਹਾਰਾਜ ਦੇ ਸੇਧ ਨਹੀਂ ਲੈ ਸਕਦੇ। ਮੈਨੂੰ ਕਹਿ ਦਿੰਦੇ ਆ ਸਾਡੇ ਕੰਮਾਂ 'ਚ ਧਰਮ 'ਚ ਬੋਲੀ ਜਾਂਦਾ। ਮੈਂ ਕਹਿੰਦਾ ਮੈਂ ਨਾ ਸਾਰਿਆਂ ਨਾਲੋਂ ਸੱਚਾ ਸਿੱਖ ਹਾਂ। ਸਿੱਖ ਦਾ ਮਤਲਬ ਕਿ ਜਿਹੜਾ ਸਿੱਖ ਲਵੇ, ਸੇਧ ਤੋਂ ਸਿੱਖ ਲਵੇ ਸਭ। ਮੈਂ ਸਿੱਖ, ਮੈਂ ਬਾਬੇ ਨਾਨਕ ਦੀ ਉਹ ਗੰਢ ਬੰਨ ਰੱਖੀ ਹੈ ਸਭ। ਮਾਨਸ ਕੀ ਜਾਤ ਸਭੈ ਏਕੋ ਪਹਿਚਾਨ ਬੋ, ਬਸ ਉੱਥੇ ਗੱਲ ਖੜੀ ਹੈ ਸਾਹਿਬ। ਇੱਕ ਪੰਜਾਬ ਉਹ ਸੂਬਾ ਹੈ, ਪੰਜਾਬ ਦੇ ਅੰਦਰ ਦੇਰ ਇਜ਼ ਨੋ ਕਨਸੈਪਟ ਔਰ ਮੈਂਟੈਲਿਟੀ ਆਫ ਵੀ ਮੈਂ ਮਾਈਨੋਰਿਟੀ ਹਾਂ ਸਾਹਿਬ। ਮੈਂ ਤਾਂ ਚਲੋ ਮੇਰੇ ਤਾਂ ਫੇਰ ਵੀ ਕੋਈ 2-4 ਹਜ਼ਾਰ ਸਾਨੂੰ ਕਹਿ ਦਿੰਦੇ ਵੀ ਆ ਤਾਂ ਜਾਟ ਹੈ ਜੀ 2-4 ਹੋਵਾਂਗੇ, 10,000 ਹੋਵਾਂਗੇ 3 ਕਰੋੜ ਦੇ ਅੰਦਰ। ਪਰ ਮੈਂ ਕਹਿੰਦਾ ਇੱਥੇ ਅਗਰ ਕਿਸੇ ਕੌਮ ਦਾ ਇੱਕ ਬੰਦਾ ਵੀ ਖੜਾ ਨਾ, ਉਹਨੂੰ ਵੀ ਕਦੇ ਪੰਜਾਬੀਆਂ ਨੇ ਆਹ ਨਹੀਂ ਮਹਿਸੂਸ ਹੋਣ ਦਿੱਤਾ ਵੀ ਤੂੰ ਇਕੱਲਾ ਹੈ। ਭਾਜਪਾ ਤੇ ਰਹਿ ਕੇ ਜਾਖੜ ਸਾਹਿਬ ਮਾਨਸ ਕੀ ਜਾਤ ਸਭ ਏਕੇ ਪਹਿਚਾਨਬੋ ਦੇ ਫਲਸਫੇ ਤੇ ਕੰਮ ਕਰਨਾ ਸੌਖਾ ਰਹੂਗਾ ਤੁਹਾਨੂੰ ਲੱਗਦਾ? ਸਭ ਸੌਖਾ ਔਖਾ ਮੇਰੀ ਸੋਚ ਤਾਂ ਉੱਥੇ ਖੜੀ ਹੈ ਸਾਹਿਬ। ਕੁਝ ਦੇਖ ਕੇ ਉਹਨਾਂ ਨੇ ਸੁਨੀਲ ਨੂੰ ਮੌਕਾ ਦਿੱਤਾ ਹੋਣਾ ਸਾਹਿਬ। ਆਪਣੇ ਨਾਲ ਮੇਰੇ ਨਾਲ ਤਾਂ ਘੱਟੋ ਘੱਟ ਬਹੁਤ ਸਿਆਣੇ ਬੈਠੇ ਆ, ਉਹਨਾਂ ਨੂੰ ਸੁਨੀਲ ਦਾ ਪਿਛੋਕੜ ਨਹੀਂ ਪਤਾ। ਉਹਨਾਂ ਨੂੰ ਆਹ ਨਹੀਂ, ਕੁਛ ਭ੍ਰਾਂਤੀਆਂ ਸਾਹਿਬ, ਭ੍ਰਾਂਤੀਆਂ ਵੀ ਦੂਰ ਕਰਾਂਗੇ ਸਾਹਿਬ। ਜਿੰਨਾ ਕੁ ਮੈਂ ਦੇਖਿਆ ਜਿਹੜੀ ਆ ਭ੍ਰਾਂਤੀਆਂ ਪਹਿਲਾਂ ਸੀ ਵੀ ਆ ਪਾਰਟੀ ਬੀਜੇਪੀ ਜਿਸ ਕੰਟੈਕਸਟ 'ਚ ਤੁਸੀਂ ਕਹਿ ਰਹੇ ਹੋ, ਮੈਨੂੰ ਆਹ ਦੱਸੋ। ਚਲੋ ਅੱਜ ਅਸੀਂ ਪਾਰਟੀ 'ਚ ਨਹੀਂ ਰਹੇ, ਪਰ ਪਾਰਟੀ ਦੇ ਰਹਿਣ ਨਾਲ ਬੰਦੇ ਤਾਂ ਨਹੀਂ ਬਦਲਦੇ। ਡਾਕਟਰ ਮਨਮੋਹਨ ਸਿੰਘ ਤੋਂ ਵੱਡਾ ਕੋਈ ਸਿੱਖ ਅਹੁਦੇ ਦੀ ਗੱਲ ਛੱਡੋ, ਅਦਰਵਾਈਜ਼ ਇੱਕ ਸ਼ਖਸੀਅਤ ਪੜ੍ਹੇ ਲਿਖੇ ਇਕੋਨੋਮਿਸਟ ਜਿਨ੍ਹਾਂ ਦੀ ਧਾਕ ਕਹਿੰਦਾ ਹਮਾਰਾ ਲੋਹਾ ਦੁਨੀਆ ਮਾਨੇ, ਉਹਨਾਂ ਦੀ ਧਾਕ ਦੁਨੀਆ ਮੰਨਦੀ ਸੀ। ਉਹਨਾਂ ਦਾ ਨਹੀਂ ਸੀ ਜੀ ਕਰਦਾ ਵੀ ਕਰਤਾਰਪੁਰ ਲਾਂਘਾ ਖੋਲ੍ਹ ਦਈਏ। ਕਿਹਨੇ ਖੋਲ੍ਹਿਆ ਸਾਹਿਬ? ਉਹਨਾਂ ਲੋਕਾਂ ਤੇ ਜਿਨ੍ਹਾਂ ਤੇ ਕਿੰਤੂ ਪਰੰਤੂ ਹੋ ਰਹੀ ਹੈ। ਜੇ ਗੁਰੂ ਤੇਗ ਬਹਾਦਰ ਜੀ ਦਾ ਅਗਰ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਲਾਲ ਕਿਲ੍ਹੇ ਦੇ ਉੱਤੇ ਸਭ, ਜਿੱਥੋਂ ਫਰਮਾਨ ਹੋਇਆ ਸੀਗਾ ਵੀ ਇਹਨਾਂ ਤੇ ਤਸ਼ੱਦਦ ਕੀਤੀ ਜਾਵੇ, ਉੱਥੇ ਸਾਹਮਣੇ ਜੋ ਕਰਵਾਇਆ, ਉੱਥੇ ਕਿਹਨੇ ਮਨਾਇਆ? ਬੀਜੇਪੀ ਨੇ ਮਨਾਇਆ ਸਾਹਿਬ। ਤੋ ਇਹ ਭ੍ਰਾਂਤੀਆਂ ਦੂਰ ਕਰਾਂਗੇ ਸਾਹਿਬ। ਇਹ ਸਾਰੀਆਂ ਗੰਢਾਂ ਦੇਖੋ, ਅੱਜ ਬੱਚੇ ਨੂੰ ਪਤਾ ਵੀ ਹੇਮਕੁੰਟ ਸਾਹਿਬ ਵਾਸਤੇ ਕੀ ਪ੍ਰੋਸੈਸ ਚੱਲ ਰਿਹਾ ਹੈ, ਜਾਂ ਜੋ ਕੁਛ ਇੱਥੇ ਕੀਤਾ ਜਾ ਰਿਹਾ, ਚਾਹੇ ਸਾਡੇ ਸਾਹਿਬਜ਼ਾਦਿਆਂ ਵਾਸਤੇ ਜੋ ਬਾਲ ਵੀਰ ਦਿਵਸ ਮਨਾਏ ਜਾਂਦੇ, ਲੋਕਾਂ 'ਚ ਪਤਾ ਲੱਗੇ। ਹੋਰ ਬੰਦਾ ਕੋਈ ਹੁਣ ਉਹ ਤਾਂ ਗੱਲਾਂ ਕਹਿਣ ਪੁਰਾਣੇ ਨਾ ਤਾਂ ਕੋਈ ਇੱਥੇ ਉਸ ਕਿਸਮ ਦਾ ਕੋਈ ਸੀਨਾ ਪਾੜ ਕੇ ਦਿਖਾ ਸਕੇ ਵੀ ਮੇਰੇ ਸੀਨੇ ਦੇ ਅੰਦਰ ਕੀ ਹੈ। ਪਰ ਜਿੱਥੇ ਤਾਈਂ ਇਹ ਮੇਰਾ ਵੀ ਮੈਂ ਤਾਂ ਉਸ ਫਿਲਾਸਫੀ 'ਤੇ ਖੜਾ ਸਾਹਿਬ। ਉਸ ਫਿਲਾਸਫੀ 'ਤੇ ਪਹਿਰਾ ਦੇਣ ਦਾ ਮੈਂ ਆਪਣਾ ਸਮਝਦਾ। ਮੇਰਾ ਤਾਂ ਧਰਮ ਹੈ ਵੀ ਇਸ ਨੂੰ ਮੈਂ ਕਦੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕੀਤਾ। ਚਾਹੇ ਮੇਰੇ ਸਾਥੀਆਂ ਨੇ ਕਹਿਤਾ ਵੀ ਇਹਨੂੰ ਸੁਨੀਲ ਨੂੰ ਬਣਾਤਾ, ਹਿੰਦੂ ਨੂੰ ਬਣਾਤਾ ਤਾਂ ਪੰਜਾਬ 'ਚ ਅੱਗ ਲੱਗ ਜੂਗੀ, ਮੈਂ ਤਾਂ ਉਹਨਾਂ ਕਰਕੇ ਪਾਸੇ ਹੋ ਕੇ ਬਹਿ ਗਿਆ ਸੀਗਾ। ਅਤੇ ਉਹਨਾਂ ਲੋਕਾਂ ਦੀ ਕਮਜ਼ੋਰੀ ਹੈ ਵੀ ਉਹ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲਾਂ ਕਰਦੇ ਆ, ਪਰ ਪੰਜਾਬੀਅਤ ਨੂੰ ਸਮਝ ਨਹੀਂ ਸਕੇ ਸਾਹਿਬ। ਪੰਜਾਬੀ ਦੀ ਪੰਜਾਬੀ ਇੱਕ ਆਪਣੇ ਆਪ 'ਚ ਇੱਕ
ਪੰਜਾਬ ਤਾਂ ਅਣਖਵਤੀ ਦਾ ਪਹਿਰਾ ਦਿੰਦੇ ਮਰ ਜਾਂਦੇ ਜੀ। ਆਹ ਤਾਂ ਸੁਨੀਲ ਜਿੰਦਾ ਜਾਗਦਾ ਬੈਠਾ ਸੀਗਾ। ਜੇ ਸੁਨੀਲ ਮਰਿਆ ਹੁੰਦਾ ਤੇ ਉਹਨੂੰ ਜੇ ਬੰਗਾਰ ਪਾ ਦਿੰਦੇ, ਇਸ ਕਿਸਮ ਦੀ ਅਣਖ ਨੂੰ ਬੰਗਾਰ ਕਰ ਦਿੰਦੇ, ਤਾਂ ਸ਼ਾਇਦ ਫਿਰ ਭੂਤ ਬਣ ਕੇ ਖੜ ਕੇ ਆ ਕੇ ਚਿੰਬੜ ਜਾਂਦਾ। ਮੈਂ ਜਾਖੜ ਸਾਹਿਬ ਬੁੱਧੀਜੀਵੀਆਂ ਦਾ ਹਵਾਲਾ ਤਾਂ ਨਹੀਂ ਦਊਂਗਾ, ਨਾ ਪੋਲੀਟੀਕਲ ਪੰਡਤਾਂ ਦਾ। ਪਿੰਡਾਂ 'ਚ ਖੁੰਡਾਂ 'ਤੇ ਬੈਠੇ ਲੋਕ ਇਹ ਗੱਲ ਕਹਿੰਦੇ ਆ ਵੀ ਜਾਖੜ ਦੇ ਲਈ ਬੜੀ ਚੁਣੌਤੀ ਵਾਲੀ ਸਥਿਤੀ ਹੈ। ਪ੍ਰਧਾਨਗੀ ਐਡਾ ਸੌਖਾ ਕੰਮ ਨਹੀਂ ਆ ਭਾਜਪਾ ਦੀ, ਜਿਸ ਤੌਰ ਦੇ ਅੰਦਰ ਪਿੰਡਾਂ 'ਚ ਹਾਲਤ ਪਤਲੀ ਹੋਵੇ। ਤੁਸੀਂ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਹੋ ਕਿ ਤੁਹਾਡੇ ਲਈ ਇਹ ਚੁਣੌਤੀ ਭਰਪੂਰ ਸਮਾਂ ਹੈ? ਬਿਲਕੁਲ ਸਾਹਿਬ, ਚੁਣੌਤੀ ਹੈ ਸਾਹਿਬ। ਉਸੇ ਚੁਣੌਤੀ 'ਚੋਂ ਮੈਂ ਸਮਝਦਾ ਜਿਹਨੂੰ ਕਹਿੰਦਾ ਚੁਣੌਤੀ ਹੀ ਅਵਸਰ ਉੱਥੇ ਹੈ। ਚੁਣੌਤੀ ਅਸੀਂ ਕੰਮ ਕਰਾਂਗੇ, ਅਸੀਂ ਲੋਕਾਂ ਦੀ ਭ੍ਰਾਂਤੀ ਦੂਰ ਕਰਾਂਗੇ, ਲੋਕਾਂ ਕੋਲ ਜਾਵਾਂਗੇ ਵੀ ਆਹ ਕੰਮ ਕੀਤੇ ਹੈ, ਅੱਗੇ ਕਰਾਂਗੇ, ਤਾਂ ਹੀ ਜਾ ਕੇ ਲੋਕਾਂ 'ਚ ਵਿਚਰਾਂਗੇ ਸਾਹਿਬ। ਸੁਨੀਲ ਦੇ ਮੂੰਹ ਨੂੰ ਮੈਨੂੰ ਆਹ ਵਹਿਮ ਨਹੀਂ ਵੀ ਮੇਰੇ ਮੂੰਹ ਨੂੰ ਕੋਈ ਵੋਟਾਂ ਪਾ ਦੂਗਾ, ਸੁਨੀਲ ਆ ਗਿਆ। ਸੁਨੀਲ ਤਾਂ ਉੱਥੇ ਸੀਗਾ, ਸੁਨੀਲ ਅੱਜ ਵੀ ਹੋਈ ਹੈ। ਸੁਨੀਲ ਪਾਰਟੀ ਹੋਣੀ ਹੈ, ਸੁਨੀਲ ਤਾਂ ਉਹੀ ਹੈ ਨਾ ਸਾਹਿਬ। ਸੁਨੀਲ ਨੂੰ ਮੈਂ ਸਮਝਦਾ ਲੋਕਾਂ ਕੋਲ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਾਂਗੇ, ਲੋਕ ਅਗਰ ਸਵੀਕਾਰ ਉਹਨੂੰ ਕਰ ਲੈਣਗੇ ਤਾਂ ਮੈਂ ਸਮਝਦਾ ਇੱਥੇ ਕਾਮਯਾਬੀ ਹੈ ਜੀ। ਅਦਰਵਾਈਜ਼ ਚੈਲੰਜ, ਲਾਈਫ ਇਜ਼ ਅ ਚੈਲੰਜ ਰਮਨ ਜੀ। ਲਾਈਫ ਕੋਈ ਵੀ ਕੰਮ ਸੌਖਾ ਨਹੀਂ, ਆਹ ਤਾਂ ਬਹੁਤ ਔਖਾ ਕੰਮ ਹੈ ਸਾਹਿਬ। 23 ਤੋਂ ਲੈ ਕੇ ਤੁਸੀਂ 117 ਤਾਈਂ ਜਾਣਾ ਹੈ, ਪਰ ਉਹਦਾ ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਹਟਿਆ, ਅੱਜ ਫੇਰ ਦੁਹਰਾਊਂਗਾ ਕਿਉਂਕਿ ਮੇਰੇ ਕੋਲ ਕੋਈ ਗਿੱਦੜ ਸਿੰਘੀ ਤਾਂ ਹੈ ਨਹੀਂ ਸਾਹਿਬ। ਆਹ ਹੈ ਵੀ ਅਸੀਂ ਪੰਜਾਬ ਦੇ ਲੋਕਾਂ ਦੇ ਦਿਲ ਜਿੱਤਾਂਗੇ, ਸੀਟਾਂ ਆਉਂਦੀਆਂ ਰਹਿਣਗੀਆਂ ਉਹਦੇ ਬਾਅਦ। ਜੇ ਦਿਲ ਜਿੱਤ ਲਾਂਗੇ ਤਾਂ ਸੀਟਾਂ ਵੀ ਆ ਜਾਣਗੀਆਂ। ਨਹੀਂ ਇਹ ਜੀ ਸੀਟਾਂ ਕਿਸ ਕੰਮ ਦੀਆਂ ਵੀ ਪੰਜਾਬ 'ਚ ਅੱਗ ਲਾ ਕੇ ਤੁਸੀਂ ਸੀਟਾਂ ਜਿੱਤਦੇ ਫਿਰਦੇ ਹੋ, ਉੱਥੇ ਉਹਨਾਂ ਦਾ ਵੰਡਿਆ ਕੀ ਜਾਣਾ ਇਹਨਾਂ ਲੋਕਾਂ ਦਾ। ਤੁਸੀਂ ਤਾਜਪੋਸ਼ੀ ਦੀ ਗੱਲ ਕੀਤੀ ਤਾਂ ਕਹਿੰਦੇ ਖਬਰਾਂ ਉਦੋਂ ਹੀ ਬਣਦੀਆਂ ਜਦੋਂ ਲੀਡਰ ਐਕਟਿਵ ਹੁੰਦੇ ਆ। ਤੁਸੀਂ ਪ੍ਰਧਾਨ ਦਾ ਅਹੁਦਾ ਸੰਭਾਲਣਾ ਸੀਗਾ ਤੇ ਚਰਚਾ ਦਾ ਵਿਸ਼ਾ ਬਣਿਆ ਸਾਬਕਾ ਪ੍ਰਧਾਨ ਦੀ ਗੈਰ ਹਾਜ਼ਰੀ ਔਰ ਖਾਸ ਤੌਰ 'ਤੇ ਅਰੁਣ ਨਾਰੰਗ ਹੋਰਾਂ ਦਾ ਅਸਤੀਫਾ। ਵਿਦਨ ਭਾਜਪਾ ਤੁਹਾਡੀ 100% ਐਕਸੈਪਟੈਂਸ ਦੇ ਚਾਂਸ ਤੁਹਾਨੂੰ ਕਿੰਨੇ ਕੁ ਲੱਗਦੇ? ਚਲੋ 10-15% ਵਿਰੋਧ ਤਾਂ ਹਰ ਪਾਰਟੀ 'ਚ ਹੁੰਦਾ। ਦੇਖੋ ਹੁਣ ਕਿਸੇ ਇੱਕ ਪਰਟੀਕੂਲਰ, ਜਿਵੇਂ ਤੁਸੀਂ ਨਾਮ ਲੈ ਰਹੇ ਹੋ ਅਰੁਣ ਨਾਰੰਗ ਜੀ ਦਾ, ਸੁਭਾਵਿਕ ਹੈ ਸਾਹਿਬ। ਇੱਕ ਹਿਊਮਨ ਅਗਰ ਮੈਂ ਤਾਂ ਉਸ ਦਿਨ ਵੀ ਕਿਹਾ ਸੀ ਵੀ ਅਗਰ ਮੈਂ ਅਰੁਣ ਨਾਰੰਗ ਦੀ ਜਗ੍ਹਾ ਹੁੰਦਾ ਸ਼ਾਇਦ ਆਈ ਵੁੱਡ ਮੈਂ ਵੀ ਇਸੇ ਤਰ੍ਹਾਂ ਸ਼ਾਇਦ ਰਿਐਕਟ ਕਰਦਾ। ਤੇ ਹਰੇਕ ਚੀਜ਼ ਦੀ ਜਦੋਂ ਵੀ ਚੇਂਜ ਹੁੰਦੀ ਹੈ, ਚੇਂਜ ਇਜ਼ ਆਲਵੇਜ਼ ਰੈਜ਼ਿਸਟਡ। ਕੋਈ ਵੀ ਚੇਂਜ ਚੰਗੇ ਵਾਸਤੇ ਮਾੜੇ ਵਾਸਤੇ ਬੰਦਾ ਉਹਦੇ ਬਾਅਦ ਪਰਖ ਕੇ ਦੇਖਦਾ। ਅਸ਼ਵਨੀ ਜੀ ਦੇ ਉਹਨਾਂ ਨੇ ਉਹਨਾਂ ਦੀ ਜੋ ਵੀ ਮੇਰੀ ਗੱਲ ਹੋਈ ਉਹਨਾਂ ਨਾਲ ਹੀ, ਉਹਨਾਂ ਦਾ ਕੋਈ ਮੈਂ ਸਮਝਦਾ ਵੀ ਕੋਈ ਸੁਨੀਲ ਨਾਲ ਇਸ ਕਰਕੇ ਨਹੀਂ, ਕੋਈ ਹੋਰ ਜੋ ਮੁੱਦਿਆਂ 'ਤੇ, ਬਟ ਕਿਸੇ ਦਾ ਵੀ, ਚਾਹੇ ਅਸ਼ਵਨੀ ਦਾ ਹੈ ਜਾਂ ਨਾਰੰਗ ਜੀ ਦਾ ਹੈ ਜਾਂ ਕਿਸੇ ਵੀ ਸਾਥੀ ਦਾ ਹੈ, ਇਹ ਤਾਂ ਮੈਂ ਵਰਕਰਸ ਨਾਲ ਹੁਣ ਵੀ ਜਲੰਧਰ ਸਾਰੇ ਸਾਡੇ ਸਾਥੀਆਂ ਨਾਲ ਗੱਲ ਕੀਤੀ, ਲੁਧਿਆਣੇ ਸਾਰੇ ਬੀਜੇਪੀ ਦੇ ਸਾਰੇ ਜਿਹੜੇ ਜ਼ਿਲ੍ਹਾ ਪਰ ਆਏ ਸੀ ਪ੍ਰੈਜ਼ੀਡੈਂਟਸ, ਉਹਨਾਂ ਨਾਲ ਗੱਲ ਕਰਦੇ ਮੈਂ ਕਿਹਾ ਉਹਨਾਂ ਨੇ, ਪ੍ਰਧਾਨ ਮੰਤਰੀ ਜੀ ਨੇ ਜਾਂ ਨੱਡਾ ਸਾਹਿਬ ਜਾਂ ਅਮਿਤ ਸ਼ਾਹ ਜੀ ਨੇ ਸੁਨੀਲ ਦੇ ਅੰਦਰ ਵਿਸ਼ਵਾਸ ਨਹੀਂ ਵਿਅਕਤ ਕੀਤਾ, ਮੇਰੇ 'ਚ ਨਹੀਂ ਵਿਸ਼ਵਾਸ ਰੱਖਿਆ, ਉਹਨਾਂ ਨੇ ਵਰਕਰ 'ਚ ਵਿਸ਼ਵਾਸ ਕੀਤਾ ਵੀ ਸਾਡਾ ਜਿਹੜਾ ਵਰਕਰ ਹੈ ਉਹ ਪੰਜਾਬ ਦੀ ਬਿਹਤਰੀ ਵਾਸਤੇ, ਪਾਰਟੀ ਦੀ ਬਿਹਤਰੀ ਵਾਸਤੇ ਇਸ ਗੱਲ ਨੂੰ ਲੈ ਕੇ ਸੁਨੀਲ ਇਸ 'ਚ ਅੱਗੇ ਲੈ ਕੇ ਸਾਰਿਆਂ ਨੂੰ ਤੁਰ ਸਕਦਾ ਹੈ। ਤੇ ਮੈਂ ਸਮਝਦਾ ਇਸ ਕੰਮ 'ਚ ਜਦੋਂ ਲੋਕਾਂ ਨਾਲ ਜੁੜਾਂਗੇ, ਗੱਲ ਕਰਾਂਗੇ ਸਾਰੀ ਇਸ ਮਸਲੇ 'ਚ, ਮੈਂ ਕੋਈ ਇਸ ਗੱਲ ਨੂੰ ਨਹੀਂ, ਪਰ ਲੋਕਾਂ 'ਚ ਜਾ ਕੇ ਜਿਹੜੀ ਉਹਨਾਂ ਦੀ ਭ੍ਰਾਂਤੀਆਂ ਦੂਰ ਕਰਨਾ, ਦੈਟ ਇਜ਼ ਜੌਬ ਵਿੱਚ ਉਹਦੇ ਕੰਨੀ ਅਸੀਂ ਨਿਗਾਹ ਕਰਕੇ। ਪੁਰਾਣੇ ਭਾਜਪਾ ਹੀ ਅੰਦਰ ਖਾਤੇ ਥੋੜ੍ਹਾ ਜਿਹਾ ਰੰਜ ਪਾਲੀ ਬੈਠੇ ਆ ਵੀ ਸਾਰੇ ਕਾਂਗਰਸੀ ਇਕੱਠੇ ਹੋ ਗਏ ਤੇ ਸਾਬਕਾ ਕਾਂਗਰਸੀ ਪ੍ਰਧਾਨ ਬਣਾਇਆ। ਪੁਰਾਣਿਆਂ ਨੂੰ ਨਾਲ ਲੈ ਕੇ ਕਿਵੇਂ ਚੱਲੋਗੇ? ਮਿਲ ਜੁਲ ਕੇ ਸਾਹਿਬ। ਤੁਸੀਂ ਤੋ ਦੇਖੋ, ਮੈਂ ਵੈਸੇ ਤਾਂ ਕਹਿਣ 'ਚ ਵੀ ਸੰਕੋਚ ਨਹੀਂ ਹੋਣਾ ਚਾਹੀਦਾ ਸਾਹਿਬ। ਮੈਂ ਹਮੇਸ਼ਾ ਕਈ ਵਾਰੀ ਇਹ ਗੱਲ ਕਹੀ ਹੈ ਕੋਈ ਇਸ ਨੂੰ ਮੈਂ ਜਦੋਂ ਦਾ ਪੋਲੀਟਿਕਸ 'ਚ ਆਇਆ ਸਾਹਿਬ 2002 'ਚ MLA ਬਣਿਆ, ਜਦੋਂ ਵੀ ਮੈਂ ਟਰੈਵਲ ਕਰਦਾ ਸੀਗਾ, ਜਦੋਂ ਬਾਹਰ ਜਾਂਦੇ ਹਾਂ ਸਾਰਾ ਪੰਜਾਬ ਜਾਂਦਾ, ਮੈਂ ਵੀ ਖਾਸਾ ਜਦੋਂ ਬਾਹਰ ਜਾਈਦਾ ਸੀ, ਇਮੀਗ੍ਰੇਸ਼ਨ 'ਚ ਇੱਕ ਫਾਰਮ ਆਉਂਦਾ, ਉਸ 'ਚ ਲਿਖਦਾ ਵੀ ਯੂਰ ਪ੍ਰੋਫੈਸ਼ਨ। ਹਾਂਜੀ। ਅਤੇ ਕਈ ਕਹਿੰਦੇ ਤੇ MLA ਪਾ ਦੇ, ਉੱਥੇ ਨਿਕਲਣ ਲੱਗੇ ਇਹ ਪੋਲੀਟਿਕਸ ਪਾ ਦੇ। ਮੈਂ ਕਿਹਾ ਜੀ ਪੋਲੀਟਿਕਸ ਇਜ਼ ਨਾਟ ਅ ਪ੍ਰੋਫੈਸ਼ਨ। ਪੋਲੀਟਿਕਸ ਦੇ ਕੋਈ ਧੰਦਾ ਹੈ, ਵਪਾਰ ਨਹੀਂ ਸਾਹਿਬ ਵੀ ਮੇਰਾ ਧੰਦਾ ਕੀ ਕਰਦੇ ਮੈਂ ਪੋਲੀਟਿਕਸ ਦਾ, ਤਾਂ ਧੰਦਾ ਬਣ ਗਿਆ ਸਾਹਿਬ। ਨਹੀਂ, ਮੈਂ ਇਜ਼ ਅ ਕਾਲਿੰਗ ਹੈ, ਤਾਂ ਇੱਕ ਸੇਵਾ ਦੀ ਭਾਵਨਾ ਹੈ। ਤਾਂ ਮੈਂ ਹਮੇਸ਼ਾ ਐਗਰੀਕਲਚਰ ਲਿਖਦਾ ਸੀ ਵੀ ਆ ਮੈਂ ਫਾਰਮਰ ਜੀ। ਉਸੇ ਤਰ੍ਹਾਂ ਹੀ ਆ ਜਿਹੜਾ ਹੁਣ ਜਿਸ ਕੰਟੈਕਸਟ 'ਚ ਤੁਸੀਂ ਗੱਲ ਕੀਤੀ ਹੈ, ਹੁਣ ਲੋਕਾਂ 'ਚ ਇਹਨੂੰ ਸੇਵਾ ਦੀ ਭਾਵਨਾ ਨਾਲ ਜਦੋਂ ਜਾ ਕੇ ਗੱਲ ਕਰਾਂਗੇ ਨਾ ਸਾਹਿਬ, ਉਦੋਂ ਪਤਾ ਲੱਗੂਗਾ ਵੀ ਸੁਨੀਲ ਜਾਖੜ ਕੀ ਚੀਜ਼ ਹੈ। ਕੀ ਸੁਨੀਲ ਨੂੰ ਵੈਸੇ ਤਾਂ ਸਾਰਾ ਪੰਜਾਬ ਜਾਣਦਾ, ਪੰਜਾਬ ਦਾ ਮੈਂ ਤਾਂ ਲੋਕਾਂ ਦੇ ਦੇਣ ਦੇ ਹੀ ਨਹੀਂ ਸਕਦਾ। ਮੇਰੇ ਵਰਗੇ ਬੰਦੇ ਨੂੰ ਐਡਾ ਲੋਕਾਂ ਨੇ ਸਨੇਹ, ਆਸ਼ੀਰਵਾਦ, ਪਿਆਰ ਦਿੱਤਾ ਹੈ, ਸਹਿਯੋਗ ਦਿੱਤਾ ਹੈ, ਵਿਸ਼ਵਾਸ ਦਿੱਤਾ ਹੈ, ਉਹਨੂੰ ਉਹਦੇ ਥਰੂ ਅਸੀਂ ਲੈ ਕੇ ਚੱਲਾਂਗੇ ਜੀ। ਇੱਕ ਇੰਪੋਰਟੈਂਟ ਸਵਾਲ ਮੇਰਾ ਖਿਆਲ ਹੈ ਕਿ ਸੁਣਨ ਵਾਲੇ ਵੀ ਇਸ ਗੱਲ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋਣਗੇ। ਤੁਹਾਡੀ ਬੜੀ ਤਿੱਖੀ ਪ੍ਰਤੀਕਿਰਿਆ ਆਈ ਜਾਖੜ ਸਾਹਿਬ ਜਿੱਥੇ ਤੁਸੀਂ ਪ੍ਰਧਾਨ ਬਣੇ ਕਿ ਅਸੀਂ ਇਕੱਲੇ ਚੋਣ ਲੜਾਂਗੇ, ਛੋਟਾ ਭਰਾ ਭਾਜਪਾ ਨਹੀਂ ਬਣ ਸਕਦਾ, ਅਕਾਲੀ ਦਲ ਦੇ ਨਾਲ ਗੱਠਜੋੜ ਦੀ ਗੱਲ 'ਤੇ ਸਥਿਤੀ ਸਪਸ਼ਟ ਕਰਿਓ। ਵੈਸੇ ਸਿਆਸਤ 'ਚ ਕੁਝ ਵੀ ਸੰਭਵ ਤੇ ਅਸੰਭਵ ਨਹੀਂ ਹੁੰਦਾ, ਪਰ ਗੱਲ ਕੀ ਚੱਲ ਰਹੀ ਹੈ ਬੈਕਐਂਡ 'ਤੇ?
ਬੈਕ ਐਂਡ ਦਾ ਪਤਾ ਨਹੀਂ ਸਾਹਿਬ। ਜਿਹੜਾ ਕੰਮ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਵੀ ਬੀਜੇਪੀ ਦਾ ਹਰੇਕ ਪੰਜਾਬ ਦੇ ਹਰ ਕੋਨੇ 'ਚ ਬੀਜੇਪੀ ਦੀ ਉੱਥੇ ਝੰਡਾ ਹੋਣਾ ਚਾਹੀਦਾ, ਬੀਜੇਪੀ ਆਪਣੇ ਤੌਰ ਤੇ ਉੱਥੇ ਬਣਨੀ ਚਾਹੀਦੀ ਹੈ। ਤੇ ਜਿਹੜੀ ਗੱਲ ਮੈਂ ਕਹੀ ਸੀ, ਮੈਂ ਉੱਥੇ ਆ ਕਿਹਾ ਸੀ ਵੀ ਆਪਾਂ ਨੂੰ ਆ ਛੋਟੇ ਭਰਾ ਵਾਲੀ ਮੈਂਟੈਲਿਟੀ ਵੀ ਵੱਡੇ ਕਹਿੰਦੇ ਨਾ ਬੜੇ ਭਾਈ ਸਾਹਿਬ ਬੈਠੇ ਆ ਨਾ, ਆਪਣੇ ਪਰਿਵਾਰ 'ਚ ਆਪਣੇ ਸੰਸਕ੍ਰਿਤੀ 'ਚ ਇਹੀ ਹੈ ਵੀ ਵੱਡਾ ਜਦੋਂ ਬੈਠਾ ਸੰਭਾਲੀ ਜਾਂਦਾ ਕੰਮ। ਹੁਣ ਆਪਾਂ ਨੂੰ ਜ਼ਿੰਮੇਵਾਰੀ ਆ ਜਿਹੜੀ ਆਪਣੇ ਤੇ ਜ਼ਿੰਮੇਵਾਰੀ ਆਣ ਪਈ ਹੈ, ਉਹਨੂੰ ਆਪਾਂ ਨੂੰ ਤਕੜੇ ਹੋ ਕੇ ਇਹਨੂੰ ਨਿਭਾਈਏ ਤਾਂ ਕਿ ਨਾ ਕਿ ਦੂਜਿਆਂ ਕਨੀ ਝਾਕਦੇ ਰਹੀਏ ਵੀ ਪਹਿਲਾਂ ਤਾਂ ਜੀ ਬਾਦਲ ਸਾਹਿਬ ਸੀ, ਪਿੰਡ ਬਾਦਲ ਸਾਹਿਬ ਦੇਖ ਲੈਣਗੇ, ਕਿਸਾਨਾਂ ਦਾ ਮਸਲਾ ਬਾਦਲ ਸਾਹਿਬ ਬੈਠੇ, ਉਹਨਾਂ ਨੇ ਵੀ ਕਹਿ ਰੱਖਿਆ ਸੀ ਵੀ ਜਾ ਕੇ ਅਡਵਾਨੀ ਜੀ ਨੂੰ ਜਾਂ ਵਾਜਪੇਈ ਜੀ ਨੂੰ, ਮੋਦੀ ਸਾਹਿਬ ਨੂੰ ਕਹਿ ਦਿੰਦੇ ਤੁਸੀਂ ਪਿੰਡ ਮੇਰੇ ਤੇ ਛੱਡੋ ਜੀ, ਮੈਂ ਜਾਣਾ ਤੇ ਪਿੰਡ ਜਾਣ ਮੈਂ ਗੱਲ ਕਰੂੰਗਾ ਜੀ। ਉਹਦੀ ਖਤਾ ਬੀਜੇਪੀ ਨੂੰ ਹੀ ਖਾਧੀ, ਨੁਕਸਾਨ ਹੋਇਆ ਬੀਜੇਪੀ ਨੂੰ। ਪਰ ਮੈਂ ਸਮਝਦਾ ਵੀ ਆ ਕਿਸਾਨੀ ਜਿਹੜੀ ਲੋਕਾਂ ਦੀ ਇੱਥੇ ਭਾਵਨਾ ਸੀ ਉਹਨੂੰ ਉੱਥੇ ਵਿਅਕਤ ਉਹਨਾਂ ਨੇ ਨਹੀਂ ਕਰ ਸਕੇ ਬਾਦਲ ਸਾਹਿਬ ਵੀ ਆ ਜਿਹੜੇ ਬਿੱਲ ਲੈ ਕੇ ਆ ਰਹੇ ਹੋ ਮੋਦੀ ਸਾਹਿਬ ਆ ਪੰਜਾਬ ਦੇ ਕਿਸਾਨਾਂ ਨੂੰ ਮਨਜ਼ੂਰ ਨਹੀਂ। ਬੀਜੇਪੀ ਤਾਂ ਭੁਗਤੀ ਅਕਾਲੀ ਪਾਰਟੀ ਨੇ ਉਸ ਤੋਂ ਜ਼ਿਆਦਾ ਨੁਕਸਾਨ ਅੱਜ ਅਕਾਲੀ ਪਾਰਟੀ ਨੂੰ ਹੋਣ ਦਾ ਰੌਲਾ ਇਸ ਕਰਕੇ ਕਿਹਾ ਪਿਆ ਖੜਾ ਹੈ ਵੀ ਉਸ ਜਿਹੜੇ ਲੋਕਾਂ ਦੀ ਝਾਕ ਹੈ ਕਿਸਾਨਾਂ ਦੀ ਨੁਮਾਇੰਦੀ ਪਾਰਟੀ ਆਪਣੇ ਆਪ ਨੂੰ ਜਿਹੜੀ ਕਹਿੰਦੀ ਸੀ ਉਹ ਕਿਸਾਨਾਂ ਦੀ ਗੱਲ ਨਹੀਂ ਰੱਖ ਸਕੀ। ਉਹਦੇ ਉੱਤੇ ਅਸੀਂ ਹੁਣ ਉਹਨਾਂ ਕਨੀ ਝਾਕ ਨਹੀਂ, ਆਪਾਂ ਜਾ ਕੇ ਲੋਕਾਂ 'ਚ ਬੈਠੀਏ ਜੋ ਕਿਸਾਨਾਂ ਵਾਸਤੇ ਕਰ ਰਹੇ ਹਾਂ, ਜੋ ਪਿੰਡਾਂ ਵਾਸਤੇ ਕੀਤਾ ਹੈ, ਸਾਰੇ ਲੈ ਕੇ ਜਾਵਾਂਗੇ। ਕਿੰਨੇ ਘਰਾਂ ਨੂੰ ਅੱਜ ਕਰੀਬਨ 22-23 ਲੱਖ ਘਰਾਂ ਦੇ ਅੰਦਰ ਉਹ ਕਿਸਾਨ ਸਨਮਾਨ ਨਿਧੀ ਆਉਂਦੀ ਹੈ, ਉਹ ਕਿਸੇ ਖਾਤੇ 'ਚ ਨਹੀਂ ਬੋਲਦਾ ਸਾਹਿਬ। ਜੇ ਅੱਜ ਫਰਟੀਲਾਈਜ਼ਰ ਦੇ ਉੱਤੇ ਖਾਦ ਦੇ ਉੱਤੇ ਸਬਸਿਡੀ ਹੈ, ਹੁਣ ਤਾਂ ਕਹਿੰਦੇ ਵੀ 3.5 ਲੱਖ ਕਰੋੜ ਰੁਪਈਆ ਖਾਦ ਦੇ ਉੱਤੇ ਸਬਸਿਡੀ ਹੈ ਸਾਹਿਬ, 3.5 ਲੱਖ ਕਰੋੜ, ਜਦੋਂ 14 ਤਾਈਂ 80,000 ਕਰੋੜ ਸੀਗੀ। ਕੁਛ ਤਾਂ ਵਧੇ ਇਸ ਕਰਕੇ ਵੀ ਆ ਯੂਕਰੇਨ ਰਸ਼ੀਆ ਵਾਲੀ ਲੜਾਈ ਨੂੰ ਲੈ ਕੇ ਸਾਰੇ ਕੀਮਤਾਂ ਵਧ ਗਈਆਂ, ਪਰ ਆ ਕਿਸਾਨਾਂ ਵਾਸਤੇ ਹੋ ਰਿਹਾ ਸਾਹਿਬ। 303 ਸੀਟਾਂ ਅਗਰ ਬੀਜੇਪੀ ਦੀ ਹੈਗੀਆਂ ਪੂਰੇ ਹਿੰਦੁਸਤਾਨ ਦੇ ਅੰਦਰ, ਸ਼ਹਿਰਾਂ 'ਚੋਂ ਤਾਂ ਨਹੀਂ ਆਈ ਸਾਹਿਬ, ਕੋਈ ਸਿਰਫ ਵਪਾਰੀਆਂ ਦੀ ਨਹੀਂ, ਕਿਸਾਨ ਤਾਂ ਹਿੰਦੁਸਤਾਨ 'ਚ ਹੋਰ ਵੀ ਬੈਠੇ ਸਭ। ਉਹਨਾਂ ਸਾਰਿਆਂ ਨੇ ਕਿਸਾਨਾਂ ਦੀ ਆਪਾਂ ਪੱਖ ਜਾ ਕੇ ਰੱਖਾਂਗੇ, ਲੋਕਾਂ ਕੋਲ ਉਹਦੀ ਬੈਨੀਫਿਟ ਜੋ ਲੋਕਾਂ ਤਾਈਂ ਆ ਰਹੇ ਹੈ ਜਦੋਂ ਗੱਲ ਕਰਾਂਗੇ। ਆ ਇੱਕ ਧਾਰਨਾ ਬਣਾਤੀ ਸੀ ਕੁਛ ਸਾਡੇ ਪੁਰਾਣੇ ਸਹਿਯੋਗੀਆਂ ਨੇ ਬਣਾਤੀ ਸੀ ਬੀਜੇਪੀ ਵਾਲੇ ਨੇ ਵੀ ਤੁਸੀਂ ਤੁਹਾਡਾ ਤਾਂ ਪਿੰਡਾਂ ਦਾ ਤਾਂ ਕੰਮ ਅਸੀਂ ਸਾਂਭਾਂਗੇ, ਹੈ ਕਿਸਾਨਾਂ ਦੇ ਵਿਰੋਧ ਹੈ ਅਸੀਂ ਡਟ ਕੇ ਕਰਾਂਗੇ। ਉਹ ਸਾਰੀਆਂ ਗੱਲਾਂ ਜਾਵਾਂਗੇ ਲੋਕਾਂ 'ਚ, ਆਪੇ ਆਪ ਗਲਤਫਹਿਮੀਆਂ ਦੂਰ ਹੋ ਜਾਣਗੀਆਂ। ਪਰ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਜਾਖੜ ਸਾਹਿਬ ਸੂਤਰਧਾਰ ਬਣਨਗੇ ਅਕਾਲੀ ਦਲ ਦੇ ਅਲਾਇੰਸ ਦੇ ਲਈ, ਵਿੱਚੋਂ ਜੀ ਹਰਸਿਮਰਤ ਕੌਰ ਬਾਦਲ ਦੇ ਮੰਤਰੀ ਬਣਨ ਦੀ ਚਰਚਾ ਵੀ ਦੁਬਾਰਾ ਛਿੜੀ ਸੀਗੀ। ਸੂਤਰਧਾਰ ਦੀ ਮੇਰੀ ਲੋੜ ਨਹੀਂ। ਦੇਖੋ ਇੱਕ ਇਹਨਾਂ ਦੇ ਲਿੰਕਸ ਆਪ ਵੀ ਬਹੁਤ ਹੈ, ਸੁਖਬੀਰ ਜੀ ਦੇ, ਬੀਬਾ ਜੀ ਦੇ, ਜਾਂ ਬਾਕੀ ਇਹਨਾਂ ਦੇ ਭੁੰਦੜ ਸਾਹਿਬ ਬੈਠੇ ਹੈ, ਚੰਦੂ ਮਾਜਰਾ ਜੀ ਬੈਠੇ ਹੈ, ਸਾਰੇ ਬੜੇ ਸੀਨੀਅਰ ਲੀਡਰ ਬੈਠੇ ਹੈ। ਮੈਨੂੰ ਸੂਤਰਧਾਰ ਦੀ ਗੱਲ ਨਹੀਂ, ਮੇਰਾ ਤਾਂ ਇੰਨਾ ਹੀ ਸੀਗਾ ਵੀ ਮੈਨੂੰ ਜਿਹੜਾ ਕੰਮ ਦਿੱਤਾ ਮੈਂ ਉਹ ਕਰਾਂ। ਤੇ ਇੱਕ ਮੇਰਾ ਮੰਨਣਾ ਹੈ ਵੀ ਜੇ ਪਾਰਟੀ ਬੀਜੇਪੀ ਪੰਜਾਬ ਦੇ ਹਰੇਕ ਪਿੰਡੂ ਖੇਤਰ ਸ਼ਹਿਰਾਂ 'ਚ ਮਜ਼ਦੂਰਾਂ ਦੀ ਪਾਰਟੀ ਬਣੇ, ਪਿੰਡਾਂ ਦੀ ਪਾਰਟੀ ਹੋਵੇ, ਹਰੇਕ ਵਰਗ ਦੀ ਪਾਰਟੀ ਬਣੇ, ਹਰੇਕ ਵਰਗ ਉਸ 'ਚ ਸੁਰੱਖਿਅਤ ਮਹਿਸੂਸ ਜਦੋਂ ਕਰੂਗਾ, ਤਾਂ ਫਿਰ ਜੇ ਕਿਤੇ ਕੋਈ ਇਸ ਕਿਸਮ ਦੇ ਸਮਝੌਤੇ ਦੀ ਗੱਲ ਆਵੇ ਤਾਂ ਘੱਟੋ ਘੱਟ ਬਰਾਬਰੀ 'ਚ ਬੈਠ ਕੇ ਤਾਂ ਗੱਲ ਕਰੋ। ਆਹ ਤਾਂ ਨਹੀਂ ਵੀ ਤੁਸੀਂ ਪਿੰਡਾਂ 'ਚ ਹੋ ਹੀ ਨਹੀਂ ਸਾਹਿਬ, ਤੁਹਾਡਾ ਤੁਸੀਂ ਉੱਥੇ ਕੀ ਮੰਗਦੇ ਹੋ, 23 ਦੇ 23 ਤੇ ਰਹਿ ਜਾਓਗੇ। ਕੰਮ ਕਰੋਗੇ ਤੇ ਉਹਦਾ ਲੋਕਾਂ 'ਚ ਅਗਰ ਤੁਹਾਡੀ ਐਕਸੈਪਟੈਂਸ ਹੈ ਤਾਂ ਆਪੇ ਆਪ ਸਾਹਮਣੇ ਵਾਲਾ ਉਹਨੂੰ ਮੰਨੂਗਾ ਸਾਹਿਬ। ਫਿਰ ਜਿੱਥੇ ਤਾਈਂ ਤੁਸੀਂ ਕਿਹਾ ਵੀ ਸੁਨੀਲ ਨੇ ਆ ਕੇ ਫੁੱਲ ਸਟਾਪ ਲਾਤਾ, ਮੈਂ ਤਾਂ ਆਹ ਉਲਟੀ ਦਾ ਕਿਹਾ ਸੀਗਾ ਵੀ ਇਨ ਪੋਲੀਟਿਕਸ ਦੇਰ ਇਜ਼ ਨੈਵਰ ਅ ਫੁੱਲ ਸਟਾਪ। ਮੈਂ ਕਦੇ ਨਹੀਂ ਕਿਹਾ ਵੀ ਹੋ ਸਕਦਾ ਕਿ ਨਹੀਂ ਹੋ ਸਕਦਾ। ਆਹ ਗੱਲਾਂ ਤਾਂ ਹੁਣ ਤੁਸੀਂ ਵੀ ਦੇਖਦੇ ਹੋ, ਤੁਹਾਡੇ ਸਾਹਮਣੇ ਹੈ। ਬਟ ਦੇਰ ਇਜ਼ ਐਜ਼ ਫਾਰ ਐਜ਼ ਜਿੱਥੇ ਤਾਈਂ ਮੈਨੂੰ ਇਸ ਗੱਲ ਦਾ ਪਤਾ ਹੈ ਜਾਂ ਕੋਈ ਮੇਰੀ ਨੌਲੇਜ ਹੈ, ਕੋਈ ਕਿਸੇ ਕਿਸਮ ਦੀ ਕੋਈ ਡਾਇਲੋਗ ਨਹੀਂ ਹੋ ਰਹੀ। ਲੋਕਾਂ ਦੇ ਵਿੱਚ ਚਰਚਾ ਤੁਸੀਂ ਵੀ ਪੁੱਛ ਰਹੇ ਹੋ, ਲੋਕ ਵੀ ਜਾਂਦੇ ਆ ਜਿੱਥੇ ਪੁੱਛਦੇ ਆ, ਹਰੇਕ ਬੈਠ ਕੇ ਗੱਲ ਕਰਦੇ ਆ। ਜੇ ਕਿਤੇ ਦੋਨੋਂ ਇਕੱਠੇ ਹੋ ਜਾਣ ਨਾ, ਤਾਂ ਇਹ ਜਿਹੜੇ ਮੌਕਾ ਪ੍ਰਸਤ ਲੋਕ ਹੈ ਜਿਹੜੇ ਕਹਿੰਦੇ ਸੀ ਵੀ ਸਾਨੂੰ ਇੱਕ ਮੌਕਾ ਦਿਓ ਤੇ ਸਾਨੂੰ ਠੱਗ ਕੇ ਲੈ ਗਏ, ਇਹਨਾਂ ਨੂੰ ਸਬਕ ਇਹ ਦੋਨੋਂ ਇਕੱਠੇ ਹੋ ਕੇ ਬੜਾ ਸੌਖਾ ਸਿਖਾ ਸਕਦੇ ਹੈ। ਨਹੀਂ ਤਾਂ ਇਹਨਾਂ ਨੂੰ ਟਾਈਮ ਲੱਗੂਗਾ ਬੀਜੇਪੀ ਵਾਲਿਆਂ ਨੂੰ ਆਪਣੇ ਪੈਰਾਂ ਤੇ ਤਕੜੇ ਹੋਣ ਵਾਸਤੇ। ਸਿਆਸਤ ਜਾਖੜ ਸਾਹਿਬ ਕਹਿੰਦੇ ਵੀ ਕੋਈ ਪੱਕਾ ਦੁਸ਼ਮਣ ਨਹੀਂ ਹੁੰਦਾ। ਹਾਲ ਹੀ ਸੇਖੜੀ ਸਾਹਿਬ ਨੂੰ ਤੁਸੀਂ ਸ਼ਾਮਲ ਕਰਵਾਇਆ, ਹੋਰ ਕੋਈ ਲੀਡਰਾਂ ਤੇ ਵੀ ਅੱਖ ਹੈਗੀ ਹੈ ਤੁਹਾਡੀ? ਕੋਈ ਵੀ ਲੀਡਰ ਸਾਹਿਬ, ਹਰੇਕ ਲੀਡਰ ਦਾ ਆਪਣਾ ਆਪਣਾ ਨਜ਼ਰੀਆ ਹੋ ਸਕਦਾ। ਹਰੇਕ ਆਦਮੀ ਰਾਜਨੀਤੀ ਨੂੰ ਆਪਣੇ ਨਜ਼ਰੀਏ ਨਾਲ ਦੇਖਦਾ, ਕੋਈ ਸੇਵਾ ਭਾਵ ਵਾਸਤੇ, ਕੋਈ ਆਪਣੇ ਨਿੱਜੀ ਸਵਾਰਥਾਂ ਵਾਸਤੇ, ਕੋਈ ਤਾਮ-ਝਾਮ ਵਾਸਤੇ, ਜਾਂ ਕੋਈ ਕਿਸੇ ਨੂੰ ਅਗਰ ਜਿਸ ਤਰ੍ਹਾਂ ਪਹਿਲਾਂ ਗੱਲ ਹੋ ਰਹੀ ਸੀ ਵਪਾਰ ਨੂੰ ਲੈ ਕੇ, ਕੋਈ ਕਿਸੇ ਨੂੰ ਕੋਈ ਆਇਆ ਹੈ ਨਹੀਂ ਵੀ ਇਹ ਤਾਂ ਸਾਰੇ ਸੀਨੀਅਰ ਲੀਡਰ ਹੈ ਸਾਹਿਬ। ਤੁਸੀਂ ਜਿਨ੍ਹਾਂ ਦਾ ਨਾਂ ਲਿਆ 3 ਵਾਰੀ MLA ਰਹੇ ਹੈ ਅਸ਼ਵਨੀ ਸੇਖੜੀ ਜੀ, ਬਾਕੀ ਵੀ ਜਿਹੜੇ ਲੀਡਰ ਆਪਣੇ ਆਪਣੇ ਤੌਰ 'ਤੇ ਚਾਹੇ MLA ਨਹੀਂ ਵੀ ਬਣੇ, ਆਪਣਾ ਚੰਗਾ ਮਾੜਾ ਦੇਖ ਕੇ ਅਗਰ ਉਹ ਦੇਖਣਗੇ ਵੀ ਪੰਜਾਬ ਦੀ ਬਿਹਤਰੀ ਕਿੱਥੇ ਹੋ ਸਕਦੀ ਹੈ,
ਦੇਸ਼ ਦੀ ਬਿਹਤਰੀ ਕਿੱਥੇ ਹੋ ਸਕਦੀ ਹੈ? ਸਾਡੇ ਆ ਜਿਹੜੇ ਹਾਲਾਤ ਬਣੇ ਆ ਲਾਅ ਐਂਡ ਆਰਡਰ ਨੂੰ ਪੰਜਾਬ ਦੇ ਅੰਦਰ, ਕੋਈ ਬੰਦਾ ਸੇਫ ਨਹੀਂ ਕਰ ਰਿਹਾ ਵੀ ਅੱਜ ਹਰੇਕ ਤਾਂ ਹੁਣ ਤਾਂ 8-8 ਕਰੋੜ ਦੀਆਂ ਹੋਣ ਲੱਗੀ। ਪੁਰਾਣੇ ਟਾਈਮ 'ਚ ਯਾਦ ਕਰੋ, ਟੈਰਰਿਜ਼ਮ ਵਾਲੇ ਟਾਈਮ 'ਚ ਸਭ ਤੋਂ ਵੱਡਾ ਡਾਕਾ ਉਹ ਵੀ ਉਦੋਂ ਲੁਧਿਆਣੇ ਕਰੀਬ ਪਿਆ ਸੀ, 6 ਕਰੋੜ ਦਾ ਪਿਆ ਸੀਗਾ। ਐਤਕੀ ਹੁਣ 8.5 ਕਰੋੜ ਦਾ ਹੈ, ਕੱਢ ਕੇ ਲੈ ਗਏ ਦਿਨ ਦਿਹਾੜੇ, ਨਾ ਕੋਈ ਗੋਲੀ ਚੱਲੀ ਨਾ ਕੋਈ ਪਟਾਕਾ ਹੋਇਆ, ਸਰ ਆਪ ਦਾ ਕੱਢ ਕੇ ਲੈ ਗਏ ਜੀ, ਦਿਨ ਦਿਹਾੜੇ ਉੱਥੋਂ ਕੱਢ ਕੇ ਲੈ ਗਏ। ਇਹਨਾਂ ਹਾਲਾਤਾਂ 'ਚ ਇੱਕ ਲਾਅ ਐਂਡ ਆਰਡਰ ਨੂੰ ਲੈ ਕੇ ਭਾਈਚਾਰਕ ਸਾਂਝ ਦੇ ਉੱਤੇ ਇਸ ਕਿਸਮ ਦੀਆਂ ਸੋ ਕਾਲਡ ਸੈਕੂਲਰ ਪਾਰਟੀਆਂ ਦੇ ਲੀਡਰ ਇਹ ਜੀ ਮਾੜੀ ਅੱਖ ਰੱਖੀ ਬੈਠੇ ਆ ਸਾਡੇ ਭਾਈਚਾਰਕ ਸਾਂਝ ਤੇ। ਉਹਨੂੰ ਬਚਾ ਕੇ ਰੱਖਣ ਵਾਸਤੇ ਕਿਹੜੀ ਪਾਰਟੀ ਦਾ ਬਾਂਹ ਫੜੀਏ? ਜੇ ਉਹਨਾਂ ਨੂੰ ਲੱਗੂਗਾ ਵੀ ਬੀਜੇਪੀ ਹੀ ਪੰਜਾਬ ਦਾ ਭਲਾ ਕਰ ਸਕਦੀ ਹੈ, ਬੀਜੇਪੀ ਹੀ ਸਾਡੇ ਸਿੱਖ ਧਰਮ ਦੇ ਜਿਹੜੇ ਮਸਲੇ ਹੈ ਉਹਨਾਂ ਨੂੰ ਸੋਲਵ ਕਰ ਸਕਦੀ ਹੈ, ਜਿਨ੍ਹਾਂ ਨੇ ਅਗਰ ਬਲੈਕ ਲਿਸਟ ਖਤਮ ਕੀਤੀ ਹੈ ਜਾਂ ਹੋਰ ਜਿਹੜੇ ਪੈਂਡਿੰਗ ਮਸਲੇ ਹੈ, ਕੌਣ ਕਰੂਗਾ? ਸਭ ਦੂਜਿਆਂ ਨੇ ਤਾਂ ਕੀਤੇ ਨਹੀਂ, ਇਹਨਾਂ ਨੇ ਕਰਕੇ ਦਿਖਾਇਆ। ਸੋ ਇਹਨਾਂ ਨਾਲ ਜੁੜ ਕੇ ਤਾਂ ਜੁੜਨਗੇ ਸਭ। ਸੁਨੀਲ ਦੀ ਅੱਖ ਜਾਂ ਸੁਨੀਲ ਦੇ ਆਉਣ ਨਾਲ ਕੋਈ ਲੰਬਾ ਚ, ਮੈਨੂੰ ਇਸ ਗੱਲ ਦਾ ਕੋਈ ਕਿਸੇ ਕਿਸਮ ਦਾ ਵਹਿਮ ਨਹੀਂ ਵੀ ਸੁਨੀਲ ਦੇ ਆਉਣ ਨਾਲ ਕੋਈ ਆ ਕੇ ਪਾਰਟੀ 'ਚ ਜੁੜ ਜੂਗਾ। ਹਰੇਕ ਚੰਗਾ ਮਾੜਾ ਦੇਖ ਕੇ ਫੈਸਲਾ ਲਊਗਾ। ਪਰ ਹਾਲਾਤ ਜਿਹੜੇ ਹੈ ਉਹ ਬੀਜੇਪੀ ਦੇ ਫੇਵਰ 'ਚ ਅੱਜ ਬੋਲ ਰਹੇ, ਕਿਉਂਕਿ ਨੈਸ਼ਨਲ ਲੈਵਲ ਤੇ ਦੇਖੋ ਕੋਈ ਬੰਦਾ ਦਿਸਦਾ ਨਹੀਂ ਸਾਹਮਣੇ ਵੀ ਕੋਈ, ਉਹ ਕਹਿੰਦੇ ਨੇ ਝੰਡੀ ਦਾ ਕਰ ਲਈ, ਪਰ ਕੋਈ ਭਲਵਾਨ ਤਾਂ ਹੋਵੇ ਕਿਸੇ ਨਾਲ ਲੜੂਗਾ, ਕੌਣ ਆ ਕੇ ਝੰਡੀ ਫੜੂਗਾ? ਸਭ ਉਹ ਤਾਂ ਕੋਈ ਬਣੇ ਨਾ ਜੀ। ਭਗਵੰਤ ਮਾਨ ਬੀਤੇ ਦਿਨ ਇੱਕ ਟਵੀਟ ਕਰਦੇ, ਕਹਿੰਦੇ ਕਾਂਗਰਸ ਦੀ ਭਾਜਪਾ ਇਕਾਈ ਦੇ ਪ੍ਰਧਾਨ ਜਾਖੜ ਸਾਹਿਬ, ਤੁਹਾਡੇ ਪੁਰਾਣੇ ਸਾਥੀ ਵੀ ਤੁਹਾਡੇ ਤੇ ਬੜੇ ਟੌਂਟ ਮਾਰਦੇ। ਰਾਜਾ ਵੜਿੰਗ ਕਹਿੰਦੇ 1.5 ਸਾਲ ਪਹਿਲਾਂ ਤੈਅ ਹੋ ਗਿਆ ਸੀ ਜਾਖੜ ਸਾਹਿਬ ਪ੍ਰਧਾਨ ਬਣਨਗੇ। ਉੱਧਰੋਂ ਰੰਧਾਵਾ ਸਾਹਿਬ ਕਹਿੰਦੇ ਜਾਖੜ ਸਾਹਿਬ ਪਿੱਠ 'ਚ ਛੁਰਾ ਮਾਰ ਗਏ। ਤਿੰਨਾਂ ਦੀਆਂ ਪ੍ਰਤੀਕਿਰਿਆਵਾਂ ਤੇ ਤੁਹਾਡਾ ਕੀ ਰਿਐਕਸ਼ਨ ਹੈ? ਮੇਰੇ ਤੋਂ ਰਮਨ ਜੀ ਨਾਮ ਨਾ ਖੁਲਾਓ। ਮੈਂ ਜਦੋਂ ਨਾਂ ਲੈ ਦੂੰਗਾ ਨਾ ਇਹਨਾਂ ਦੇ, ਜਿਹੜੇ ਲੋਕਾਂ ਨੇ ਸਭ ਤੋਂ ਪਹਿਲਾਂ, ਕੁਛ ਤਾਂ ਲੋਕ ਹੈ ਜਿਹੜੇ ਆ ਕਹਿੰਦੇ ਵੀ ਮੇਰੇ ਹਲਕੇ 'ਚ ਤਾਂ ਕੋਈ ਹਿੰਦੂ ਹੈ ਹੀ ਨਹੀਂ, ਤੇ ਦੂਜੇ ਜਿਹੜੇ ਹੈ ਉਹ ਪਤਾ ਨਹੀਂ ਕਿਸ ਵਹਿਮ 'ਚ ਆ ਕੇ ਕਹਿੰਦੇ ਆ ਹਿੰਦੂ ਬਣ ਗਿਆ ਤਾਂ ਅੱਗ ਲੱਗ ਜੂਗੀ ਪੰਜਾਬ ਦੇ ਅੰਦਰ। ਇਹ ਲੋਕ ਅੰਦਰੋਂ ਮਾੜੇ ਆ ਸਭ। ਮੈਂ ਕਿਸੇ ਦਾ ਜਵਾਬ ਨਹੀਂ ਦੇਣਾ ਚਾਹੁੰਦਾ, ਨਾ ਹੀ ਕਿਸੇ ਨੂੰ ਮੈਂ ਇਸ ਗੱਲ 'ਚ ਵੀ ਉਸ ਕਾਬਲ ਵੀ ਇਹਨਾਂ 'ਤੇ ਕੋਈ ਗੱਲ ਕਰੀਏ। ਉਹ ਜੋ ਕੁਛ ਕਹਿਣ, ਪਰ ਕਿਤੇ ਕੋਈ ਕਹਿ ਦਿੰਦਾ ਅਸੀਂ ਸੁਨੀਲ ਦਾ ਜਾਖੜ ਦਾ ਤੇ ਵੀ ਮੈਂ ਰਾਜ ਸਭਾ ਬਣਾਉਣ ਲੱਗੇ ਆ ਵੀ ਆਏ ਤੁਹਾਡੇ ਜਿਨ੍ਹਾਂ ਦਾ ਨਾਮ ਤੁਸੀਂ ਲਿਆ ਹੈ, ਕਹਿੰਦੇ 1.5 ਸਾਲ ਪਹਿਲੇ ਕਹਿੰਦੇ ਆ ਵੀ ਤੈਅ ਹੋ ਗਿਆ ਸੀ ਸੁਨੀਲ ਜਾਖੜ ਦਾ ਰਾਜ ਸਭਾ, ਅੱਜ ਆਹ ਬਣ ਗਿਆ ਤਾਂ ਸੁਨੀਲ ਦੇ ਕੋਈ ਨਾ ਖੁਸ਼ਬੂ ਆਉਂਦੀ ਸਾਹਿਬ, ਸੁਨੀਲ ਦੇ ਨਾਂ ਕੋਈ ਫੰਗ ਲੱਗੇ। ਸੁਨੀਲ ਵੀ ਇੱਕ, ਮੈਂ ਤਾਂ ਬੜਾ, ਉਹ ਕਹਿੰਦੇ ਨੇ ਬੜਾ ਅਦਨਾ ਜਿਹਾ ਆਦਮੀ ਹੈ ਇੱਕ ਬਹੁਤ ਹੀ, ਤੇ ਉਹਨੂੰ ਅਗਰ ਕਿਸੇ ਪਾਰਟੀ ਨੇ ਦੇਖ ਕੇ ਕੁਛ ਦਿੱਤਾ ਹੋਣਾ ਸਾਹਿਬ, ਆ ਪੰਜਾਬ ਦੀ ਗੱਲ ਕਰਦਾ ਤੇ ਸਾਨੂੰ ਪੰਜਾਬ ਦੀ ਗੱਲ ਹੈ ਵੀ ਉਹ ਹਰੇਕ ਪੱਖ ਦੀ ਗੱਲ ਕਰਦਾ। ਮੈਂ ਤਾਂ ਪੰਜਾਬੀਅਤ, ਪੰਜਾਬ ਦੇ ਉੱਤੇ ਪਹਿਰਾ ਦੇਣ ਵਾਸਤੇ ਬੈਠਾ ਸਾਹਿਬ। ਇਹਨਾਂ ਨੇ ਮੈਨੂੰ ਦੁਤਕਾਰਤਾ ਤੇ ਕਿਸੇ ਨੇ ਉਹ ਕਹਿੰਦਾ ਨਾ ਇਹਨਾਂ ਨੇ ਤੇ ਬਾਹਰ ਹੁਣਾ ਕਹਿੰਦੇ ਵੀ ਸੁਨੀਲ ਇਹਨੂੰ ਕੋਈ ਭੂਤ ਲੱਗਣ ਲੱਗਿਆ। ਪਹਿਲਾਂ ਸੁਨੀਲ ਬਹੁਤ ਚੰਗਾ ਸੀਗਾ, ਫਿਰ ਸੁਨੀਲ। ਔਰ ਮਾਨ ਸਾਹਿਬ ਤੇ ਤੁਹਾਡਾ ਕੀ ਕਹਿਣਾ? ਮਾਨ ਸਾਹਿਬ ਆਪਣੀ ਜ਼ਿੰਮੇਵਾਰੀ ਨਿਭਾਉਣ ਸਾਹਿਬ। ਸਭ ਤੋਂ ਪਹਿਲਾਂ ਤਾਂ ਇਹ ਟੀਚਰਾਂ ਕਰਨੀਆਂ ਤਾਂ ਚਲੋ ਮੈਂ ਨਹੀਂ ਇਸ ਗੱਲ 'ਚ ਪੈਣਾ। ਮੈਂ ਰਮਨਜੀਤ ਤੁਹਾਡੇ ਰਾਹੀਂ, ਕਿਉਂਕਿ ਤੁਸੀਂ ਸਾਰੇ ਪੰਜਾਬ ਦੀ ਖਬਰ ਰੱਖਦੇ ਹੋ ਇੱਥੇ ਬੈਠ ਕੇ, ਤੁਹਾਡੀ ਪੰਜਾਬ ਦੀ ਨਬਜ਼ ਤੇ ਇੱਕ ਨਿਊਜ਼ਪੇਪਰ ਦਾ, ਨਿਊਜ਼ ਐਡੀਟਰ ਦਾ ਹੁੰਦਾ ਹੈ। ਅੱਜ ਭਗਵੰਤ ਮਾਨ ਜੀ ਕਿੱਥੇ ਹੈ? ਬੰਗਲੌਰ ਨਹੀਂ ਗਏ ਜੀ? ਬੰਗਲੌਰ ਪਹੁੰਚੇ ਖੜੇ। ਹੜ੍ਹ ਬੰਗਲੌਰ 'ਚ ਹੈ ਕਿ ਇੱਥੇ ਪੰਜਾਬ 'ਚ ਹੈ? ਸ਼ਾਹਕੋਟ 'ਚ ਕੀ ਹਾਲ ਹੈ? ਤਾਂ ਇੱਥੇ ਆਪਾਂ ਜਲੰਧਰ ਬੈਠੇ ਹਾਂ, ਇੱਥੇ ਜੜ ਦੇ ਅੰਦਰ ਜਲੰਧਰ ਸ਼ਹਿਰ ਦੇ ਕਈ ਇਲਾਕੇ ਪ੍ਰਭਾਵਿਤ ਹੋ ਗਏ ਸੀਗੇ, ਇੱਥੇ ਆ ਗਏ। ਉਹ ਗਏ ਬੰਗਲੌਰ। ਜਿਸ ਦਿਨ ਪਹਿਲੇ ਦਿਨ ਹੜ੍ਹ ਦਾ ਮੀਂਹ ਪਿਆ, ਅੱਧਾ ਪੰਜਾਬ ਜਿਸ ਦਿਨ ਡੁੱਬਿਆ, ਖਰੜ, ਡੇਰਾਬੱਸੀ, ਪਟਿਆਲਾ, ਸਾਰਾ ਇਲਾਕਾ, ਰੋਪੜ, ਉਸ ਦਿਨ ਭਗਵੰਤ ਮਾਨ ਜੀ ਕਿੱਥੇ ਸੀਗੇ? ਪੰਚਕੂਲਾ ਵੋਟਾਂ ਮੰਗ ਰਹੇ ਸੀਗੇ। 4 ਤਰੀਕ ਨੂੰ ਮੌਸਮ ਵਿਭਾਗ ਹਿੰਦੁਸਤਾਨ ਨੇ ਵਾਰਨਿੰਗ ਦਿੱਤੀ, ਹੈਵੀ ਐਂਡ ਵੈਰੀ ਹੈਵੀ ਰੇਨਸ, ਭਾਰੀ ਤੇ ਬਹੁਤ ਭਾਰੀ ਬਰਸਾਤ ਹੋਣ ਦਾ ਅੰਦੇਸ਼ਾ। 4 ਤਰੀਕ ਨੂੰ, ਅੱਜ ਮੈਂ ਸਵੇਰੇ ਪ੍ਰੈਸ ਕਾਨਫਰੰਸ ਸਾਰੀ ਕਟਿੰਗਸ ਮੇਰੇ ਕੋਲ ਆ, ਮੈਂ ਕੋਈ ਗੁਪਤ ਸੀਕ੍ਰੇਟ ਡਾਕੂਮੈਂਟ ਨਹੀਂ ਲੈ ਕੇ ਆਇਆ ਉੱਥੋਂ ਅਮਿਤ ਸ਼ਾਹ ਜੀ ਨੇ ਪਕੜਾ ਦੇ ਵੀ ਜਾਖੜ ਸਾਹਿਬ ਉੱਥੇ ਜਾ ਕੇ ਦੱਸੋ। ਇਹ ਤਾਂ ਤੁਸੀਂ ਵੈਬਸਾਈਟ 'ਚ IMD ਵਾਲੀ ਸਾਈਟ ਖੋਲ੍ਹ ਲਓ, ਉਹ ਸਾਰਾ 4 ਤਰੀਕ ਦੀ ਵਾਰਨਿੰਗ ਦੇ ਵਿੱਚ ਪੰਜਾਬ, ਹਰਿਆਣਾ ਦੇ ਵਿੱਚ, ਹਿਮਾਚਲ ਦਾ ਉਹਨਾਂ ਨੇ ਦਿਖਾਇਆ ਭਾਰੀ ਔਰ ਬਹੁਤ ਭਾਰੀ ਬਰਸਾਤ ਆने वाले 2-3 ਦਿਨੋਂ में ਹੋਗੀ ਜੀ। 6 ਤਰੀਕ ਨੂੰ ਉਹਨਾਂ ਨੇ ਔਰੇਂਜ ਅਲਰਟ ਕਰਤਾ, ਆਉਣ ਵਾਲੇ 2 ਦਿਨਾਂ ਦਾ ਉਹਨਾਂ ਨੂੰ ਕਿ 8 ਤਰੀਕ ਨੂੰ ਔਰੇਂਜ ਅਲਰਟ ਤੇ। ਚਲੋ ਪਰਿਵਾਰਿਕ ਸਾਰਿਆਂ ਦੇ ਸਭ ਖੁਸ਼ੀ ਦਾ ਮੌਕਾ ਸੀ, ਉਹ ਸਾਲਗਿਰਾ ਮਨਾ ਰਹੇ ਸੀ, ਮਨਾਣ ਸਾਹਿਬ ਆਪਣਾ ਜੋ ਵੀ ਹੈ ਉਹ ਕਰਨ ਸਾਰੇ ਪਾਰਟੀ 'ਤੇ, ਪਰ ਸਰਕਾਰ ਤਾਂ ਜਾਗਦੀ ਪਈ ਸੀ ਸਾਹਿਬ। ਇੱਥੇ ਜਦੋਂ ਹੁਣ ਮੈਂ 2 ਦਿਨ ਪਹਿਲਾਂ ਸ਼ਾਹਕੋਟ ਆ ਕੇ ਗਿਆ ਇੱਥੇ,
ਦਾਰੇ ਵਾਲੇ ਪਿੰਡ ਦੇ ਅੰਦਰ ਇੱਕ ਪ੍ਰਵਾਸੀ ਜਿਹੜਾ ਮਜ਼ਦੂਰ ਆਇਆ ਸੀ ਬਾਹਰੋਂ ਬਿਹਾਰ ਤੋਂ ਯੂਪੀ ਤੋਂ ਆ ਕੇ ਇੱਥੇ ਡੁੱਬ ਕੇ ਉਸ ਪਾਣੀ 'ਚ ਉਹਦੀ ਡੈਥ ਹੋ ਗਈ। ਪਿੰਡ ਵਾਲਿਆਂ ਨੇ ਕੱਢਿਆ, ਫਸਟ ਏਡ ਰਿਵਾਈਵ ਵਗੈਰਾ ਕੀਤਾ, ਪਾਣੀ ਉਹ ਪੇਟ 'ਚੋਂ ਕੱਢਿਆ। ਫਿਰ ਜਦੋਂ ਜਾਣ ਲੱਗੇ ਉੱਥੇ, ਕਿਉਂਕਿ ਮੈਂ ਪਹੁੰਚਿਆ ਸੀਗਾ ਦਾਰੇ ਵਾਲੇ ਤੇ ਉਧਰਲੇ ਪਾਸੇ ਪੁਲ ਦੇ ਉਧਰਲੇ ਪਾਸੇ ਗਿੱਦੜ ਪਿੰਡੀ ਪਿੰਡ ਦੇ ਪੁਲ ਦੇ ਉਧਰ 1 ਕਿਲੋਮੀਟਰ ਤੇ ਭਗਵੰਤ ਮਾਨ ਜੀ ਨੇ ਆਉਣਾ ਸੀਗਾ। ਹਾਂਜੀ। ਤੇ ਉਹ ਗਰੀਬ ਇਸ ਕਰਕੇ ਤੜਪ ਕੇ ਮਰ ਗਿਆ ਕਿ ਪੁਲਿਸ ਵਾਲੇ ਨੇ ਰੋਡ ਬਲੌਕ ਕਰ ਰੱਖੀ ਸੀ ਵੀ ਮਾਨ ਸਾਹਿਬ ਨੇ ਆਉਣਾ। 2 ਵਜੇ ਦਾ ਟਾਈਮ ਸੀ, 4:30 5 ਵਜੇ ਆਏ ਹੈ। ਉਹ 2-3 ਘੰਟੇ ਸੀ ਬਲੌਕ ਰਹੀ। ਉਹ ਮਜ਼ਦੂਰ ਤੜਪ ਕੇ ਮਰ ਗਿਆ, ਜਾਣ ਨਹੀਂ ਦਿੱਤਾ। ਐਂਬੂਲੈਂਸ ਉੱਥੇ ਖੜੀ ਸੀ, ਉਹਦਾ ਕਿਸੇ ਨੇ ਨਹੀਂ ਗੋਲਿਆ ਵੀ ਐਂਬੂਲੈਂਸ ਸੀਗੀ, ਕੋਈ ਉਹਦੀ ਮਦਦ ਕਰ ਦਿਓ, ਨਹੀਂ ਕਿਸੇ ਨੇ, ਉਹ ਮਰ ਗਿਆ। ਪਰ ਉੱਥੇ ਆ ਕੇ ਭਗਵੰਤ ਮਾਨ ਜੀ ਦੇ ਨਾਲ ਸਿੰਚੇਵਾਲ ਸਾਹਿਬ ਨੇ ਉਹਨੂੰ ਕਿਹਾ ਜੀ ਆਹ ਜਿਹੜੀ ਗਿੱਦੜ ਪਿੰਡੀ ਪਿੰਡ ਹੈ ਇਹਦੇ ਜਿਹੜੇ ਆ 12 ਗੇਟ ਹੈ, ਉਸ 'ਚੋਂ ਸਿਰਫ 2 ਜਿਹੜੇ ਇਹਨਾਂ ਦੇ ਹੇਠਾਂ ਹੈ ਉੱਥੋਂ ਪਾਣੀ ਨਿਕਲ ਰਿਹਾ, ਬਾਕੀ ਸਾਰੀ ਸਿਲਟ ਨਾਲ ਭਰੀਆਂ। ਭਗਵੰਤ ਮਾਨ ਜੀ ਨੇ ਡੀਸੀ ਨੂੰ ਕਹਿੰਦਾ ਡੀਸੀ ਸਾਹਿਬ ਅੱਗੇ ਤੋਂ ਮੈਨੂੰ ਇੱਥੇ ਮੁੜ ਕੇ ਨਾ ਆਉਣਾ ਪਵੇ, ਇੱਥੇ ਦੇਖਣਾ ਪਵੇ ਇਸ ਕਿਸਮ ਦਾ ਕੋਈ ਇੱਥੇ ਜਿਹੜਾ ਆਵੇ ਆ ਐਡਾ ਜਿਹੜਾ ਭਿਆਵਾ ਇੱਕ ਬੜਾ ਡਰਾਵਣਾ ਜਿਹੜਾ ਦ੍ਰਿਸ਼ਟ ਬਣਿਆ ਖੜਾ ਨਾ ਦੇਖਣਾ ਹੋਵੇ। ਸਿਲਟ ਕਢਾਉਣ ਦਾ ਇੰਤਜ਼ਾਮ ਕਰੋ ਤਾਂ ਕਿ ਮੁੜ ਕੇ ਇੱਥੇ ਲੋਕ ਆ ਕੇ ਸੈਲਫੀ ਕਰਵਾਉਣ, ਰੇਲਵੇ ਬ੍ਰਿਜ ਦੇ ਉੱਤੇ ਆ ਕੇ ਸੈਲਫੀ ਕਰਾਉਣ, ਕਿਉਂਕਿ ਦਿਮਾਗ 'ਚ ਤਾਂ ਸੈਲਫੀ ਬੜੀ ਹੈ ਸਾਹਿਬ। ਲੋਕ ਪੁਲ ਦੇ ਉੱਤੇ ਲੋਕਾਂ ਨੂੰ ਕਹਿ ਰਹੇ ਹੋ ਸੈਲਫੀ ਮਰਵਾਓਗੇ ਲੋਕਾਂ ਨੂੰ, ਤੇ ਉਹਨਾਂ ਨੂੰ ਕਹੋ ਵੀ ਸੜਕ ਦੇ ਉੱਤੇ ਨਾ ਕਰਵਾਇਆ ਕਰੋ, ਪੁਲ ਦੇ ਉੱਤੇ ਨਾ ਕਰੋ। ਪਰ ਉਹ ਇਸ਼ੂ ਨਹੀਂ, ਉਹ ਕਹਿੰਦੇ ਆ ਵੀ ਸਿਲਟ ਕਢਾਓ, ਹੁਣ ਕਢਾਓ ਜਦੋਂ ਗਾਰਡ ਦਾ ਪਾਣੀ ਉਤਰ ਜੇ। ਜੇ ਰਿਵਿਊ ਮੀਟਿੰਗ ਉਸ ਦਿਨ ਜਿੱਦਣ ਜਸ਼ਨ ਮਨਾਈ ਜਾਂਦੇ ਸੀ ਉਸ ਤੋਂ ਪਹਿਲਾਂ 4 ਤਰੀਕ ਨੂੰ ਰਿਵਿਊ ਮੀਟਿੰਗ ਕਰ ਲੈਂਦੇ ਵੀ ਗਿੱਦੜ ਪਿੰਡੀ ਪਿੰਡ ਆ ਜਿਹੜਾ ਬਾਕੀ ਹੋਰ ਇਲਾਕਿਆਂ ਦੇ ਅੰਦਰ ਜਿੱਥੇ ਘੱਗਰ ਨੇ ਪਾਣੀ ਆਉਣਾ, ਮੀਂਹ ਦਾ ਅੰਦੇਸ਼ਾ ਹੋਇਆ ਖੜਾ ਹੈ, ਇੰਤਜ਼ਾਮ ਹੋਇਆ ਨਹੀਂ ਹੋਇਆ, ਸਿਲਟ ਕੱਢੀ ਗਈ ਨਹੀਂ ਕੱਢੀ ਗਈ, ਇੱਥੇ ਨਾਲਿਆਂ ਦੀ ਸਫਾਈ ਜੋ ਜਲੰਧਰ ਦੇ ਅੰਦਰ ਹੋਈ ਜਾਂ ਨਹੀਂ ਹੋਈ, ਪਟਿਆਲੇ ਦਾ ਕੀ ਹਾਲ ਹੈ, ਅਰਬਨ estate ਸਾਰੀ ਰੋਡ 'ਤੇ ਉੱਥੇ, ਉਹਦਾ ਕੌਣ ਦੇਖੂਗਾ? ਸਭ ਕੰਮ ਜਿਹੜਾ ਕੰਮ ਕਰਨ ਵਾਲਾ ਉਹ ਕਰਦੇ ਨਹੀਂ। ਪਰ ਜਦੋਂ ਆਪਣਾ ਕੰਪੈਰੀਜ਼ਨ ਪੁਰਾਣੇ ਮੁੱਖ ਮੰਤਰੀਆਂ ਨਾਲ ਕਰਦੇ ਆ, ਕਹਿੰਦੇ ਪੁਰਾਣੇ ਹੈਲੀਕਾਪਟਰ ਦੇ ਉੱਤੋਂ ਦੀ ਗੇੜਾ ਕੱਢ ਕੇ ਮੁੜ ਜਾਂਦੇ ਸੀ, ਮੈਂ ਤਾਂ ਕਹਿੰਦੇ ਜੁੱਤੀਆਂ ਲਾ ਕੇ ਤੇ ਪਾਣੀ ਦੇ ਵਿੱਚ ਵੜਿਆ ਫਿਰਦਾ। ਹਰੇਕ ਦਾ ਨਜ਼ਰੀਆ ਹੋ ਸਕਦਾ ਸਾਹਿਬ, ਵੜੋ, ਅਗਰ ਕਿਸੇ ਦੀ ਜਾਨ ਬਚਾ ਸਕਦੇ ਹੋ ਬਿਲਕੁਲ ਵੜੋ, ਛਾਲ ਮਾਰ ਕੇ ਤੈਰ ਕੇ ਕੱਢੋ। ਕੋਈ ਉਹ ਜਿਹੜਾ ਮਜ਼ਦੂਰ ਕੱਢਿਆ ਪਿੰਡ ਦੇ ਲੋਕਾਂ ਨੇ ਕੱਢਿਆ, ਉੱਥੋਂ ਕੋਈ ਬੇੜੀ ਹੈ ਨਹੀਂ ਸੀ, ਬੇੜੀ ਤਾਂ ਮੰਤਰੀ ਲਈ ਫਿਰਦੇ, ਸੈਲਫੀਆਂ ਕਰਾਉਂਦੇ ਫਿਰਦੇ, ਬੇੜੀਆਂ ਤਾਂ ਇਹਨਾਂ ਨੂੰ ਦਿੱਤੀਆਂ ਨਹੀਂ। ਪਰ ਜੇ ਤੁਸੀਂ ਆਪਣਾ ਕੰਮ ਦਫ਼ਤਰ 'ਚ ਬੈਠ ਕੇ ਕਰ ਦਿੰਦੇ ਰੈਦਰ ਦੇ ਨਾਲ ਪਜਾਮੇ ਲਿਬੇੜ ਕੇ, ਤੁਸੀਂ ਕੀ ਬਣਨਾ ਚਾਹੁੰਦੇ ਹੋ ਭਗਵੰਤ ਮਾਨ ਜੀ? ਪਜਾਮੇ ਦਾ ਵਿਚਾਰੇ ਮਜ਼ਦੂਰਾਂ ਦੇ ਸਾਰੇ ਦਿਨ ਦਿਨੇ ਹੱਥ ਨੇ ਲਿਬੜਦੇ ਆ, ਉਹਦੇ ਨਾਲ ਤੁਸੀਂ ਕੀ ਕਰਦੇ ਆ? ਕੋਈ ਜਾਨ ਬਚਾਈ ਕਿਸੇ ਦੀ? ਮਰਵਾਇਆ ਉਲਟੀ ਦਾ। ਆ ਜਿਹੜਾ ਮਜ਼ਦੂਰ ਮਰਿਆ ਨਾ, ਇਹਨਾਂ ਦੇ ਮੁੱਖ ਮੰਤਰੀ ਦੇ ਦੌਰੇ ਦੇ ਕਰਕੇ ਮਰਿਆ। ਜੇ ਦੌਰਾ ਨਾ ਹੁੰਦਾ ਤਾਂ ਉਹਨੂੰ ਵਿਚਾਰਾ ਹਸਪਤਾਲ ਪਹੁੰਚ ਜਾਂਦਾ। ਹੁਣ ਤੱਕ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਨੂੰ 100 ਚੋਂ ਜਾਖੜ ਸਾਹਿਬ ਕਿੰਨੇ ਨੰਬਰ ਦਿੰਦੇ? ਮੈਂ ਤਾਂ ਕਹਿੰਦਾ ਫਲੱਡ ਵਾਲੇ ਮਸਲੇ 'ਚ ਇਸ 'ਚ ਬਿਲਕੁਲ ਜ਼ੀਰੋ ਹੈ ਸਾਹਿਬ। ਕਿਉਂ? ਮੈਂ ਆਹ ਦੱਸੋ ਨਾ ਵੀ ਆਹ ਜਿਹੜਾ ਇੱਥੋਂ ਪਾਣੀ ਸਿਲਟ ਕੱਢੀ ਜਾ ਸਕਦੀ ਸੀ, ਹੁਣ ਆ ਕੇ ਕਿਉਂ ਸਿਲਟ ਕੱਢਣ ਦਾ ਕਹਿ ਰਿਹਾ? ਪਹਿਲਾਂ ਨਹੀਂ ਕਿਹਾ ਜਾਂਦਾ ਸੀ। ਹਰੀਕੇ ਦੇ ਉੱਤੇ ਇਹਨਾਂ ਦੇ MP ਸਾਹਿਬਾਨ ਤੇ ਲੋਕਲ MLA ਸਾਰੇ ਗਏ ਉੱਥੇ ਪਾਣੀ, ਕਿਉਂਕਿ 72 ਘੰਟੇ ਲੱਗਦੇ ਹੈ ਸੋਢੀ ਸਾਹਿਬ ਉੱਥੋਂ ਚੱਲ ਕੇ ਪਾਣੀ ਹਿਮਾਚਲ ਤੋਂ ਉੱਥੇ ਤਾਈਂ ਸਾਡੇ ਫਾਜ਼ਿਲਕਾ ਤੇ ਜਾਂ 72 ਘੰਟੇ ਦਾ ਨੋਟਿਸ ਉਦੋਂ ਵੀ ਸੀਗਾ ਵੀ ਪਾਣੀ ਪੈ ਗਿਆ। ਰੋਜ਼ TV ਤੇ ਤੁਹਾਡੇ ਦੇਖਦੇ ਆ ਸਭ ਕਿੰਨਾ, ਮਤਲਬ ਸਾਰੇ ਦਾ ਸਾਰਾ ਪਹਾੜ ਹੀ ਤੁਰਿਆ ਆ ਰਿਹਾ, ਪਾਣੀ ਆ ਰਿਹਾ। ਉੱਥੇ ਇਹਨਾਂ ਮੰਤਰੀ ਸਾਹਿਬ MP ਸਾਹਿਬ ਤੇ MLA ਨੇ ਜਾ ਕੇ ਕਹਿੰਦਾ ਉਹ ਬਰਾਜ ਵਾਲੇ ਨੂੰ, ਹਰੀਕੇ ਵਾਲੇ ਨੂੰ ਕਹਿੰਦਾ ਫੱਟੇ ਚੱਕ ਦਿਓ। ਫੱਟੇ ਕਿਹਦੇ ਚੱਕਤੇ? ਫੱਟੇ ਪਿੰਡ ਵਾਲਿਆਂ ਦੇ ਚਕਾਤੇ ਸਾਹਿਬ। 2.5 ਲੱਖ ਕਿਊਸਿਕ ਪਾਣੀ ਇੱਕਦਮ ਛੱਡਦਾ ਯਕਮੁਸ਼ਤ, ਦੀਵਾਰ ਦੀ ਦੀਵਾਰ ਪਾਣੀ ਦੀ ਤੁਰੀ ਜਾਂਦੀ ਹੈ। ਮਕਾਨ ਢਾਹ ਤੇ ਡੰਗਰ ਪਸ਼ੂ ਕੱਢਣ ਦਾ ਟਾਈਮ ਨਹੀਂ ਮਿਲਿਆ। ਅਗਰ ਪਹਿਲਾਂ ਬੈਠ ਕੇ ਦਫ਼ਤਰ 'ਚ ਆ ਫੋਟੋ ਖਿਚਾਉਣ ਦੀ ਬਜਾਏ ਪਜਾਮੇ ਲਵੇੜ ਕੇ ਦਫ਼ਤਰ ਬੈਠ ਕੇ ਚੈੱਕ ਕਰ ਲੈਂਦੇ ਵੀ ਪਾਣੀ ਆ ਗਿਆ ਹੈ, ਪੌਂਡ ਖਾਲੀ ਕਰੋ, ਤਾਂ ਕਿ ਉਸ ਪਾਣੀ ਨੂੰ ਰੋਕਣ ਵਾਸਤੇ ਜਾਂ ਗ੍ਰੈਜੂਅਲੀ ਇਹਨੂੰ ਹੌਲੀ ਹੌਲੀ ਕਰਕੇ ਰਿਲੀਜ਼ ਕਰੋ, ਲੋਕਾਂ ਨੂੰ ਵਾਰਨਿੰਗ ਦਿਓ। ਉਹ ਕੰਮ ਤਾਂ ਕੀਤਾ ਨਹੀਂ। ਹੁਣ ਲਵੇੜੀ ਮੈਨੂੰ ਗੱਲ ਯਾਦ ਆ ਗਈ ਜਾਖੜ ਸਾਹਿਬ, ਚਲੋ ਹੁਣ ਤਾਂ ਕੁਦਰਤ ਨੇ ਪਾਣੀ ਕਰਤਾ। ਤੁਸੀਂ ਟੇਲਾਂ ਵਾਲੇ ਪਿੰਡਾਂ ਨਾਲ ਸੰਬੰਧ ਰੱਖਦੇ ਹੋ ਜਾਖੜ ਸਾਹਿਬ, ਟੇਲਾਂ ਜਾ ਕੇ ਤੁਹਾਡੇ ਉੱਥੇ ਜਿਹੜੀਆਂ ਉਹ ਬਣਦੀਆਂ। ਮੁੱਖ ਮੰਤਰੀ ਇਸ ਤੋਂ ਪਹਿਲਾਂ ਇਹ ਗੱਲ ਦਾ ਕ੍ਰੈਡਿਟ ਲੈਂਦੇ ਸੀ ਕਿ ਪਹਿਲੀ ਵਾਰੀ ਆ ਪੰਜਾਬ 'ਚ ਮੋਟਰਾਂ ਦੀ ਲਾਈਟ ਤੇ ਨਹਿਰਾਂ ਦਾ ਪਾਣੀ ਇੰਨਾ ਛੱਡਿਆ ਵੀ ਟੇਲਾਂ ਤੱਕ ਪਾਣੀ ਪਹੁੰਚ ਗਿਆ। ਤੁਹਾਡੇ ਹਬੋਰ ਦੇ ਹਾਲਾਤ ਕੀ ਸੀ? ਹੁਣ ਮੈਂ ਮੇਰੇ ਮੂੰਹ ਨਾਲ ਕਹਾਂ ਵੀ ਪਾਣੀ ਪਹੁੰਚਿਆ ਕਿ ਨਹੀਂ ਪਹੁੰਚਿਆ, ਕਿੰਨੀ ਨਹਿਰਾਂ ਟੁੱਟੀਆਂ, ਚੰਗਾ ਨਹੀਂ ਲੱਗਦਾ। ਪਰ ਇੱਕ ਗੱਲ ਹੈ, ਜੇ ਕੋਈ ਚੰਗਾ ਕੰਮ ਕਰਨਗੇ ਨਾ ਜਾਊਗਾ, ਸੁਨੀਲ ਵੀ ਬੋਲੂਗਾ, ਲੋਕ ਵੀ ਬੋਲਣਗੇ। ਪਰ ਜਿਹੜੀ ਆ ਜ਼ਿੰਮੇਵਾਰੀ ਹੈ ਵੀ ਰਿਵਿਊ ਮੀਟਿੰਗ ਨਹੀਂ ਲਈ, ਇਹਦਾ ਤਾਂ ਪਹਿਲਾਂ ਜਵਾਬ ਦੇਣ। ਕਹਿੰਦੇ ਆਪੋਜੀਸ਼ਨ ਬੋਲਣਾ ਬੰਦ ਕਰੇ, ਰਾਜਨੀਤੀ ਬੰਦ ਕਰੇ। ਕੋਈ ਰਾਜਨੀਤੀ ਸਾਹਿਬ, ਅੱਜ ਤਾਂ ਰਾਜਨੀਤੀ ਕਰਨੀ ਹੁੰਦੀ ਤੇ 218 ਕਰੋੜ ਰੁਪਏ
ਰਾਜਨੀਤੀ ਇੱਕ ਪਾਸੇ ਰੱਖ ਕੇ ਪ੍ਰਧਾਨ ਮੰਤਰੀ ਜੀ ਨੇ ਪੁਰਾਣਾ ਯੂਸੀ ਮੰਗ ਲੈਂਦੇ, ਸਰਪੰਚ ਤੋਂ ਮੰਗ ਲੈਂਦੇ ਹੈ ਵੀ ਯੂਸੀ ਦਿਓ ਜੀ ਪੁਰਾਣਾ। ਹਾਂਜੀ ਹਾਂਜੀ ਬਿਲਕੁਲ। ਉਹਨਾਂ ਨੇ ਕਹਿੰਦਾ ਵੇਵ ਆਫ ਕਰ ਦਿਓ, 218 ਭੇਜ ਦਿਓ, ਲੋਕਾਂ ਨੂੰ ਅੱਜ ਮੁਆਵਜ਼ੇ ਦੀ ਲੋੜ ਹੈ। ਭਗਵੰਤ ਮਾਨ ਜੀ ਕਹਿੰਦੇ ਮੈਨੂੰ ਪੈਸੇ ਦੀ ਲੋੜ ਹੀ ਨਹੀਂ, ਸਾਡੇ ਕੋਲ ਪੈਸਾ ਹੀ ਬਹੁਤ ਹੈ। ਇੱਕ ਪਾਸੇ ਕਹਿੰਦੇ ਸਾਨੂੰ ਕੇਂਦਰ ਨੇ ਮਾਰਤਾ, ਸਾਡੇ ਕੋਲ ਪੈਸਾ ਹੈ ਨਹੀਂ, ਦੂਜੇ ਪਾਸੇ ਪੈਸੇ ਜਦੋਂ ਦਿੰਦੇ ਕਹਿੰਦੇ ਸਾਨੂੰ ਪੈਸੇ ਦੀ ਲੋੜ। ਪੈਸਿਆਂ ਦੇ ਸਟੇਟਮੈਂਟ ਵੀ ਆਈ ਆ, ਹੁਣ ਲਾਏ ਇਹਨਾਂ ਨੇ ਕਿ ਅਜੇ ਨਹੀਂ? ਲਾਣ ਸਾਹਿਬ ਲਾਣ ਵਾਸਤੇ ਉਹ ਕਹਿੰਦੇ ਮੈਨੂੰ ਪੈਸੇ ਦੀ ਲੋੜ ਹੀ ਨਹੀਂ। ਮੁਆਵਜ਼ਾ ਦੇਖੋ ਉਹਨਾਂ ਪਿੰਡਾਂ ਦੀ ਇੱਕ ਅੱਡ, ਜਿੱਥੇ ਫਿਰੋਜ਼ਪੁਰ ਦੇ ਜਾਂ ਬਾਰਡਰ ਤੇ ਚਾਹੇ ਪਠਾਨਕੋਟ ਤੋਂ ਲੈ ਕੇ ਸਾਰਿਆਂ ਦੀ ਇੱਕ ਅੱਡ ਸਮੱਸਿਆ ਹੈ। ਉੱਥੇ ਉਹ ਕਾਸ਼ਤਾ ਕਰੀ ਜਾਂਦੇ ਹੈ, ਜ਼ਮੀਨਾਂ ਉਹਨਾਂ ਦੇ ਨਾਮ ਬੋਲਦੀਆਂ ਨੇ, ਜ਼ਮੀਨਾਂ ਫਿਰ ਸਰਕਾਰ ਦੇ ਨਾਮ ਬੋਲਦੀਆਂ, ਮੁਆਵਜ਼ਾ ਜਾਊਗਾ ਕਿਹਨੂੰ ਜੀ? ਉਹਨਾਂ ਨੂੰ ਤਾਂ ਜਾਂਦਾ ਨਹੀਂ। ਉਹਦੇ ਵਾਸਤੇ ਇੱਕ ਸਪੈਸ਼ਲ, ਉਹੀ ਮੈਂ ਕਿਹਾ ਮਾਨ ਸਾਹਿਬ ਤੁਸੀਂ ਆਹ ਕੰਮਾਂ ਨਾ ਕਰੋ, ਜਿਹੜੇ ਫੰਡਾਮੈਂਟਲ ਇਸ਼ੂ ਹੈ ਉਹਨਾਂ ਨੂੰ ਸਮਝ ਕੇ ਐਡਰੈਸ ਕਰੋ, ਮੁੱਖ ਮੰਤਰੀ ਵਾਲਾ ਕੰਮ ਕਰੋ। ਮਜ਼ਦੂਰ ਤਾਂ ਵਿਚਾਰੇ ਸਾਰੇ ਹੀ ਹੈ, ਸਾਰੇ ਲੱਗੇ ਖੜੇ ਹੈ। ਜੇ ਹੁਣ ਅੱਜ ਸਿੰਚੇਵਾਲ ਸਾਹਿਬ ਨੇ ਮੈਨੂੰ ਦੱਸਿਆ ਵੀ ਆਹ ਸਿਲਟ ਉੱਥੇ ਲੱਗੀ ਖੜੀ ਹੈ, ਮੈਂ ਤਾਂ ਹੱਸ ਕੇ ਅੱਜ ਆਹ ਵੀ ਕਹਿ ਰਿਹਾ ਸੀ, ਮੈਂ ਕਿਹਾ ਜੀ ਫਿਰ ਤੁਹਾਡੇ ਤੋਂ ਨਹੀਂ ਸਮਝਦਾ ਤਾਂ ਸਿੰਚੇਵਾਲ ਸਾਹਿਬ ਨੂੰ ਲਾ ਦਿਓ, ਘੱਟੋ ਘੱਟ ਉਹਨਾਂ ਨੂੰ ਪਤਾ ਤਾਂ ਹੈ ਮੁੱਖ ਮੰਤਰੀ ਤੁਸੀਂ ਕਈ ਦਿਨ ਸੈਰ ਸਪਾਟਾ ਕਰਿਓ, ਆ ਜਿਹੜਾ ਕਰਾਣਾ ਹੈ ਕਾਂਗਰਸ ਤੇ ਤੁਹਾਡਾ ਗਠਬੰਧਨ ਹੈ ਆ ਕਰਵਾ ਲਓ, ਆ ਜ਼ਿੰਮੇਵਾਰੀ ਆ ਘੱਟੋ ਘੱਟ ਇਰੀਗੇਸ਼ਨ ਡਰੇਨੇਜ ਆ ਮਹਿਕਮਾ ਕਈ ਦਿਨ। ਮੈਂ ਸੌਰੀ ਮੀਤ ਏਰ ਕਿਤੇ ਮਹਿਸੂਸ ਕਰਨ ਵੀ ਸੁਨੀਲ ਮੇਰੇ ਮਗਰ ਪਿਆ, ਮੈਂ ਤਾਂ ਕੰਮ ਦੀ ਗੱਲ ਕਰੀ ਜਾਂਦੇ, ਕੰਮ ਹੋਣਾ ਚਾਹੀਦਾ ਹੈ। ਜੇ ਭਗਵੰਤ ਮਾਨ ਜੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਸਭ ਜ਼ਿੰਮੇਵਾਰੀ ਆ ਪੰਜਾਬ ਨੇ, ਕਿਸੇ ਦਾ ਇੰਤਜ਼ਾਰ ਨਹੀਂ ਕਰਨਾ, ਮੂੰਹ ਨਹੀਂ ਦੇਖਣਾ। ਪੰਜਾਬ ਨੂੰ ਕੰਮ ਦੀ ਲੋੜ ਹੈ ਤਾਂ ਕੰਮ ਕਰਕੇ ਦਿਖਾਓ, ਅਦਰਵਾਈਜ਼ ਜਗ੍ਹਾ ਬਣਾਓ ਤਾਂ ਕਿ ਕੋਈ ਹੋਰ ਆ ਕੇ ਸਾਹਮਣੇ ਤੁਹਾਡੇ ਜੋ ਜਿਹੜੇ 92 ਬੈਠੇ ਤੇ ਆਪ ਦੀ ਗੱਠਜੋੜ ਵਾਲੀ ਖਿਚੜੀ ਪੱਕੀ ਹੈ ਜਾਖੜ ਸਾਹਿਬ, ਇਹਨੂੰ ਤੁਸੀਂ ਕਿਵੇਂ ਵੇਖਦੇ ਹੋ? ਪੰਜਾਬ ਵਾਲੇ ਕਾਂਗਰਸੀਆਂ ਦੀ ਫਿਰ ਚੱਲੀ ਨਹੀਂ ਉੱਪਰ? ਤੁਸੀਂ ਆਪ ਹੀ ਕਹਿਤਾ ਜੀ ਖਿਚੜੀ ਪੱਕੀ ਹੈ। ਖਿਚੜੀ ਨਹੀਂ ਸਭ, ਖਿਚੜੀ ਵੀ ਮੈਂ ਨਹੀਂ ਸਮਝਦਾ ਵੀ ਸਹੀ ਕੋਈ ਵਰਡ ਹੈ। ਸਰੈਂਡਰ ਹੋਇਆ ਸਭ, ਤੇ ਸਰੈਂਡਰ ਉਤਲਿਆਂ ਨੇ ਨਹੀਂ ਕੀਤਾ। ਸਰੈਂਡਰ ਤਾਂ ਉਹਨਾਂ ਨੇ ਤਾਂ ਦੇਖ ਲਿਆ ਸੀਗਾ ਵੀ ਇਹ ਤਾਂ ਗੋਡੇ ਟੇਕੀ ਬੈਠੇ ਹੈ। ਇਹਨਾਂ ਨੇ ਇੱਕੋ ਹੀ ਜਾ ਕੇ ਗੁਹਾਰ ਲਾਈ ਵੀ ਕਰ ਲਓ ਸਾਹਿਬ, ਸਾਡੀ ਜਾਨ ਬਚਾਓ, ਸਾਡੇ ਮਗਰ ਡਾਂਗ ਲੈ ਕੇ ਪਿਆ, ਸਾਰਿਆਂ ਨੂੰ ਟੰਗੂਗਾ, ਸਾਡੀ ਜਾਨ ਬਚਾਓ। ਇੱਕ ਇਸ ਤੋਂ ਵਾਅਦਾ ਲੈ ਲਿਓ, ਜਿਵੇਂ ਕੇਜਰੀਵਾਲ ਸਾਹਿਬ ਨੇ ਵਾਅਦਾ ਲਿਆ ਉਹਨਾਂ ਤੋਂ ਵੀ ਤੁਸੀਂ ਪਹਿਲਾਂ ਅਨਾਊਂਸ ਕਰੋ ਮੈਂ ਬੈਂਗਲੌਰ ਨਹੀਂ ਆਉਂਦਾ। ਉਹਨਾਂ ਨੇ ਆਹ ਅਨਾਊਂਸ ਲੈ ਲਿਆ ਵੀ ਅਨਾਊਂਸ ਤਾਂ ਕਰ ਦਿੰਦੇ ਆ ਵੀ ਸਾਡੇ ਵਾਲੇ ਕੰਨੀ, ਪੰਜਾਬ ਵਾਲੇ ਕੰਨੀ, ਕਿਉਂ ਕਈਆਂ ਦੇ ਕਹਿੰਦੇ ਸੀ ਨਾ ਵੀ ਕੋਈ ਹਰੇਕ ਉਸ 'ਚੋਂ ਖਾ ਗਏ, ਫਲਾਣੀ ਚੀਜ਼ 'ਚ ਖਾ ਗਏ 4-4 ਲੱਖ ਰੁਪਈਏ ਤੇ ਇੰਨਾ ਵੱਡਾ ਹਿਸਾਬ ਕਰੋੜਾਂ ਦਾ ਬਣਦਾ ਹੈ। ਬਾਕੀ ਕਈ ਹੈ ਵੀ ਉੱਧਰ ਥੋੜ੍ਹਾ ਰਹਿਮ ਭਰੀ ਨਿਗਾਹ ਰੱਖੋ, ਤੇ ਉਹ ਵਾਅਦਾ ਇਹਨਾਂ ਨੇ ਕਰਤਾ, ਉੱਧਰੋਂ ਇਹਨਾਂ ਨੇ ਕਰਤਾ। ਇਸ ਬੇਸਿਕਲੀ ਇਹ ਸਰੈਂਡਰ ਸਾਹਿਬ, ਆ ਜਿਹੜਾ ਸਰੈਂਡਰ ਨੇ ਗੋਡੇ ਟੇਕ ਤੇ ਉਹਨਾਂ ਨੇ ਕਿਹਾ ਚਲੋ ਜੀ ਮੈਂ ਬੈਂਗਲੌਰ ਆ ਜਾਣਾ। ਹੁਣ ਉਹਦੇ 'ਚ ਇੱਕ ਸਵਾਲ ਤਾਂ ਆਉਣ ਵਾਲਾ ਟਾਈਮ ਦੱਸੂਗਾ, ਹੁਣ ਭਗਵੰਤ ਮਾਨ ਜੀ ਕਿੱਥੇ ਖੜੇ ਹੈ, ਇਹਨਾਂ ਦੀ ਜਾਨ ਬਖਸ਼ਦੇ ਹੈ ਜਾਂ ਜਿਵੇਂ ਪੰਜਾਬ ਦੇ ਲੋਕਾਂ ਨੂੰ ਵਾਅਦਾ ਕਰਕੇ ਮੁੱਕਰ ਗਏ, ਇਹਨਾਂ ਨੂੰ ਮੁੱਕਰ ਜਾਣ, ਉੱਥੇ ਉਹਨਾਂ ਦਾ ਵੋਟ ਵੀ ਪਵਾ ਲੈਣਗੇ ਰਾਜ ਸਭਾ 'ਚ, ਇੱਥੇ ਇਹਨਾਂ ਦਾ ਖਹਿੜਾ ਵੀ ਨਹੀਂ ਛੱਡਣਾ, ਫਿਰ ਕੀ ਬਣੂਗਾ ਸਮਝੌਤੇ ਦਾ? ਮੰਨਿਆ ਜਾ ਰਿਹਾ ਐਨਡੀਏ ਦੇ ਖਿਲਾਫ ਇੱਕ ਮਹਾਂ ਗੱਠਜੋੜ ਵਿਰੋਧੀ ਤਰ੍ਹਾਂ ਦਾ ਹੋ ਰਿਹਾ, ਤੁਹਾਨੂੰ ਲੱਗਦਾ ਹੈ ਕਿ 24 'ਚ ਬੀਜੇਪੀ ਲਈ ਚੁਣੌਤੀ ਭਰਪੂਰ ਰਹੂਗਾ? ਮੈਨੂੰ ਇੱਕ ਇਲੈਕਸ਼ਨ ਦੱਸ ਦਿਓ ਸਾਹਿਬ, ਕਦੋਂ ਦੇ 52 'ਚ ਹੋਣ ਲੱਗੇ ਸੀ, ਸਭ ਤੋਂ ਪਹਿਲਾਂ ਇਲੈਕਸ਼ਨ ਹੋਏ ਸੀਗੇ, ਕਿਹੜਾ ਇਲੈਕਸ਼ਨ ਬਿਨਾਂ ਚੁਣੌਤੀਆਂ ਦੇ ਆਇਆ? ਚੁਣੌਤੀ ਤਾਂ ਹਰੇਕ ਥਾਂ ਹੀ ਹੁੰਦੀ, ਚੁਣੌਤੀ ਹੈ ਸਭ ਇੱਕ ਹੈ। ਤੇ ਜਦੋਂ ਹੁਣ 10 ਸਾਲ ਦਾ ਜਿਹੜਾ ਕੰਮ ਕੀਤਾ ਉਹ ਲੋਕਾਂ 'ਚ ਜਾਣਦਾ, ਪਰ ਚੁਣੌਤੀ ਚਾਹੇ ਨਾ ਗਠਬੰਧਨ ਹੁੰਦਾ ਤਾਂ ਵੀ ਚੁਣੌਤੀ ਹੈ। ਹੁਣ ਇਕੱਠੇ ਹੋ ਗਏ, ਇਹ ਐਕਸਪੋਜ਼ ਵੀ ਹੋ ਜਾਣਗੇ, ਉਹਦੇ ਬਾਵਜੂਦ ਦੇਰ ਚੁਣੌਤੀ ਤਾਂ ਹੈ ਸਭ, ਪਰ ਉਹਦੀ ਤਿਆਰੀ ਵੀ ਉਸ ਕਿਸਮ ਦੀ ਚੁਣੌਤੀ ਦੇ ਤਕੜੇ ਹੋ ਕੇ ਕਰਾਂਗੇ। ਦੋ ਮਸਲੇ ਜਾਖੜ ਸਾਹਿਬ ਇਕੱਠੇ ਹੈ, ਇੱਕ ਯੂਸੀਸੀ ਦਾ ਮਸਲਾ ਹੈ ਜਿਹਦੇ ਤੇ ਅਕਾਲੀ ਦਲ ਨੇ ਵਿਰੋਧ ਕੀਤਾ, ਭਗਵੰਤ ਮਾਨ ਨੇ ਵਿਰੋਧ ਕੀਤਾ। ਬੇਸ਼ੱਕ ਇਹਨਾਂ ਦੀ ਹਾਈ ਕਮਾਂਡ ਹੱਕ 'ਚ ਖੜੀ ਹੈ, ਪਰ ਭਗਵੰਤ ਮਾਨ ਨੇ ਇੰਡੀਵਿਜੂਅਲੀ ਇਹਦਾ ਵਿਰੋਧ ਕੀਤਾ ਇਹਦੇ ਬਾਰੇ। ਔਰ ਦੂਸਰਾ ਜਿਹੜੀ ਹਰਿਆਣੇ ਨੂੰ ਉੱਥੇ ਜਗ੍ਹਾ ਦਿੱਤੀ ਗਈ ਹੈ ਵਿਧਾਨ ਸਭਾ ਬਣਾਉਣ ਦੇ ਬਾਰੇ, ਇਹਦੇ 'ਤੇ ਤੁਹਾਡਾ ਕੀ ਕਹਿਣਾ? ਬੜਾ ਚੰਗਾ ਸਵਾਲ ਕੀਤਾ ਤੁਸੀਂ। ਇਹ ਤਾਂ ਰਾਜਨੀਤੀ ਵਾਲੀ ਗੱਲਾਂ ਤਾਂ ਇੱਧਰ ਉੱਧਰ ਹੁੰਦੀਆਂ ਰਹਿਣਗੀਆਂ ਸਾਹਿਬ, ਕਿਉਂਕਿ ਜਾਖੜ ਪੰਜਾਬ ਦੀ ਗੱਲ ਕਰਦੇ ਆ। ਮੈਂ ਪੰਜਾਬ ਦੀ ਪੰਜਾਬ ਦੀ ਕਰੂੰਗਾ ਸਾਹਿਬ, ਕਿਉਂਕਿ ਮੇਰਾ ਤਾਂ ਵਜੂਦ ਹੀ ਪੰਜਾਬ ਹੈ ਸਾਹਿਬ। ਪੰਜਾਬ ਦੇ ਬਿਨਾਂ ਸੁਨੀਲ ਦੀ ਕਾਹਦੀ ਪਛਾਣ? ਕੋਈ ਪਛਾਣ ਨਹੀਂ। ਸੁਨੀਲ ਤੋਂ ਤਾਂ ਸਾਰੇ ਸਿਆਣੇ ਹੈ, ਸੁਨੀਲ ਤਾਂ ਕਮਲਾ ਇੱਥੇ ਬਿਨਾਂ ਦੇ ਵਿਚਾਲੇ ਸਮਝ ਲਓ ਸਾਰੇ ਸਿਆਣੇ ਹੈ। ਪਰ ਜਿੱਥੇ ਤਾਈਂ ਮੇਰੀ ਸਮਝ ਹੈ ਯੂਸੀਸੀ ਦੇ ਅੰਦਰ, ਮੈਂ ਹੁਣ ਸਮਝਦਾ ਵੀ ਹੁਣ ਜਿਹੜੀ ਇਹਨਾਂ ਦਾ ਸਟੇਟਮੈਂਟ ਆਈ ਹੈ SGPC ਦੀ, ਜਾਂ ਉਸ ਤੋਂ ਪਹਿਲਾਂ ਕਾਂਗਰਸ ਨੇ ਪਹਿਲਾਂ ਤਾਂ ਆ ਕੇ ਵਿਰੋਧ ਕਰਤਾ, ਫਿਰ ਬਾਅਦ 'ਚ ਆਇਆ ਕਿ ਅਸੀਂ ਉਹ ਦੇਖਾਂਗੇ, ਡਰਾਫਟ ਦੇਖ ਕੇ ਫਿਰ ਆਪਣਾ ਪਹਿਲਾਂ ਤਾਂ ਕਹਿਤਾ ਸੀ ਵੀ ਆ ਦੇਸ਼ ਵਿਰੋਧੀ ਹੈ ਜੀ, ਫਲਾਣਾ ਵਿਰੋਧੀ ਹੈ, ਸਾਰੀਆਂ ਇੱਥੇ ਵੀ ਬਿਆਨ ਆ ਗਏ, ਅਕਾਲੀਆਂ ਦੇ ਬਿਆਨ ਆ ਗਏ ਜੀ, ਇਹ ਹੈ ਉਹ ਹੈ ਕਰਕੇ। ਫਿਰ ਹੁਣ ਕੱਲ੍ਹ SGPC ਦਾ 2 ਦਿਨ ਪਹਿਲਾਂ ਆਇਆ ਵੀ ਇਹ ਜਿਹੜਾ ਹੈ ਇਹਨੂੰ ਦੇਖ ਕੇ ਗੱਲ ਕਰਾਂਗੇ, ਇਹਨੂੰ ਦੇਖ ਕੇ ਸਾਰੀ ਘੋਖ ਕੇ ਗੱਲ ਕਰਾਂਗੇ। UCC ਦਾ ਪੁਰਾਣੇ ਸਮੇਂ ਦੇ ਅੰਦਰ ਜਾਂ TV ਨਹੀਂ ਸੀ ਅਜੇ ਆਏ, ਕ੍ਰਿਕਟ ਦੀ ਕਮੈਂਟਰੀ ਤੁਸੀਂ ਵੀ ਸ਼ਾਇਦ ਦੇਖੀ ਹੋਣੀ, ਰੇਡੀਓ 'ਤੇ ਚੱਲਦੀ ਹੁੰਦੀ ਸੀ। ਅਤੇ ਮੈਨੂੰ ਅੱਜ ਵੀ ਉਹ ਇੰਸਟਾਂਸ ਯਾਦ ਹੈ, ਇੱਕ ਬਹੁਤ ਫੇਮਸ ਸੀਗੇ, ਮੈਂ ਨਾਮ ਉਹਨਾਂ ਦਾ ਨਹੀਂ ਲੈਂਦਾ, ਉਹਨਾਂ ਦੀ ਇੱਕ ਕਮੈਂਟ ਸੀ
ਕਹਿੰਦਾ ਦੋ ਆਈ ਡਿਡ ਨਾਟ ਸੀ ਦਾ ਬਾਲ ਬਟ ਇਟ ਵਾਜ਼ ਅ ਗੁੱਡ ਬਾਲ, ਵੀ ਮੈਂ ਬਾਲ ਦੇਖੀ ਨਹੀਂ ਪਰ ਬਹੁਤ ਵਧੀਆ ਬਾਲ ਸੀ। ਮੇਰਾ ਇਹ ਕਹਿਣਾ ਸਾਹਿਬ ਵੀ ਮੈਂ ਬਾਲ ਦੇਖੀ ਨਹੀਂ, ਤੁਸੀਂ UCC ਦੇਖਿਆ ਨਹੀਂ, UCC ਦਾ ਡਰਾਫਟ ਪੜ੍ਹਿਆ ਨਹੀਂ, ਸਾਰੇ ਨਹੀਂ ਖੇਡੀ ਜਾਂਦੇ ਹੋ UCC ਨੂੰ। ਵੀ UCC ਕਿਹੜਾ ਭੂਤ ਹੈ? ਅਗਰ UCC ਜਿਸ ਕਿਸਮ ਦੀ ਗੱਲ ਕਰ ਰਹੇ ਹੈ ਵੀ ਹਿੰਦੁਸਤਾਨ ਦੇ ਅੰਦਰ ਅਗਰ ਡੌਰੀ ਪਹਿਲਾਂ ਬੰਦ ਹੋਈ ਹੈ ਕਿ ਹਿੰਦੂ ਧਰਮ ਤੇ ਅਟੈਕ ਹੋ ਗਿਆ ਸਾਹਿਬ, ਦਹੇਜ ਪ੍ਰਥਾ ਦੇ ਉੱਤੇ ਨਕੇਲ ਪਈ ਹੈ, ਇਹਦੇ ਨਾਲ ਕੋਈ ਹਿੰਦੂ ਧਰਮ ਤੇ ਕੋਈ ਨੁਕਸਾਨ ਹੋ ਗਿਆ ਸਾਹਿਬ। ਬੱਚਿਆਂ ਦੀ ਬਾਲ ਵਿਵਾਹ ਦੀ ਸੀ ਥਾਲ 'ਚ ਪਰਾਤਾਂ 'ਚ ਬਿਠਾ ਕੇ, ਮੈਨੂੰ ਤਾਂ ਇੱਧਰ ਤਾਂ ਪਤਾ ਨਹੀਂ, ਸਾਡੇ ਵਾਲੇ ਪਾਸੇ ਤੇ ਉੱਤੇ ਰਾਜਸਥਾਨ 'ਚ ਥਾਲ 'ਚ ਬਿਠਾ ਕੇ ਜਵਾਕਾਂ ਦਾ ਵਿਆਹ ਕਰਾ ਕੇ ਤੋਰ ਦਿੰਦੇ ਸੀ। ਬਾਲ ਵਿਵਾਹ ਪ੍ਰਥਾ ਤੇ ਬੰਦ ਕੀਤਾ, ਉਹਦੇ ਨਾਲ ਕੋਈ ਕਿਸੇ ਦੀ ਆਂਚ ਆਈ ਹੈ ਸਾਹਿਬ। ਜਿੱਥੇ ਤਾਈਂ ਮੇਰਾ ਮੰਨਣਾ ਹੈ, ਬਟ ਆਈ ਹੈਵ ਰਿਅਲਾਈਜ਼, ਜਿਹੜੀ ਗੱਲ ਮੈਂ ਉੱਥੇ ਪੁੱਛੀ ਹੈ ਵੀ ਹੁਣ ਕੀ ਇਹਦੇ ਵਿੱਚ ਕੀ ਡਰਾਫਟ, ਆਈ ਹੈਵ ਨਾਟ ਸੀਨ ਦਾ ਡਰਾਫਟ, ਬਟ ਜਿੰਨਾ ਮੈਨੂੰ ਇਸ ਗੱਲ ਦਾ ਪਤਾ ਲੱਗਿਆ, ਇਸ ਕਰਕੇ ਮੈਂ ਕਹਿ ਰਿਹਾ ਡਰਾਫਟ ਦੇਖ ਲਓ, ਉਹਦੇ ਬਾਅਦ ਕੋਈ ਮਾੜੀ ਗੱਲ ਹੋਈ ਬਿਲਕੁਲ ਖੜਾਂਗੇ ਸਾਹਿਬ। ਅਸੀਂ ਹਰੇਕ ਧਰਮ ਦਾ ਸਨਮਾਨ ਕਰਦੇ ਹਾਂ। ਜਦੋਂ ਮੈਂ ਕਹਿ ਰਿਹਾ ਮਾਨਸ ਕੀ ਜਾਤ ਸਭ ਹੈ ਏਕੋ ਪਹਿਚਾਨ ਬੋ, ਉਹਦੇ ਬਾਅਦ ਪਰ ਹਰੇਕ ਧਰਮ ਦਾ ਸਤਿਕਾਰ ਕਰਨਾ ਵੀ ਉਹਨਾਂ ਦੀ ਕਸਟਮ, ਬਟ ਐਟ ਵਟ ਪ੍ਰਾਈਸ? ਕੀ ਕੀਮਤ ਦੇ ਰਹੇ ਹੋ ਤੁਸੀਂ? ਸਨਮਾਨ ਸਾਰਿਆਂ ਦਾ ਸਾਹਿਬ, ਸਨਮਾਨ ਔਰਤਾਂ ਦਾ ਵੀ ਉਹਨਾਂ ਹੈ, ਸਾਡੇ ਗਰੀਬ ਦਾ ਵੀ ਉਹਨਾਂ ਹੈ, ਅਮੀਰ ਦਾ ਵੀ, ਚਾਹੇ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੈ, ਉਹਦਾ ਸਨਮਾਨ, ਉਹਦੀ ਭਾਵਨਾਵਾਂ ਉਹਨੂੰ ਹਰਟ ਨਹੀਂ ਹੋਣੀ ਚਾਹੀਦੀਆਂ। ਬਟ ਅਗਰ ਕਿਸੇ ਨੂੰ ਤਲਾਕ ਦੇਤਾ, ਬੱਚੀ ਨੂੰ, ਦੋ ਕਿਸੇ ਦੀ ਸ਼ਾਦੀਆਂ ਸੀ, ਤਲਾਕ ਦੇਤਾ, ਉਹਦਾ ਹੱਕ ਕੀ ਹੈ ਸਾਹਿਬ? ਉਹਦਾ ਕਿੱਥੋਂ ਗੁਜ਼ਾਰਾ ਹੋਊਗਾ? ਅਗਰ ਉਹਦਾ ਤਰਮੀਮ ਕਰਕੇ ਤੁਸੀਂ ਉਹਦਾ ਹੱਕ ਇਨਸ਼ੋਰ ਕਰਦੇ ਹੋ, ਕਿਸੇ ਧਰਮ ਤੇ ਹਮਲਾ ਹੈ ਸਾਹਿਬ। ਨਹੀਂ, ਬੱਚੀਆਂ ਅੱਜ ਅਖਬਾਰ ਭਰੇ ਪਏ ਹੈ, ਤੁਸੀਂ ਦੇਖੋ ਕਿੰਨੇ DC SSPs ਸਾਰੀਆਂ ਸਾਡੀਆਂ, ਉਹ DC SSP ਲੱਗਣ ਤੋਂ ਪਹਿਲਾਂ ਬੇਟੀਆਂ ਤਾਂ ਸਾਡੀਆਂ ਹੀ ਹੈ। ਉਹਨਾਂ ਦੀ ਅਗਰ ਦੂਜੀਆਂ ਬੇਟੀਆਂ ਨਹੀਂ ਪੜ੍ਹੀਆਂ ਲਿਖੀਆਂ ਤਾਂ ਉਹਨਾਂ ਦੇ ਅਗਰ ਜੀਵਨ ਨੂੰ ਆਪਾਂ ਸੁਰੱਖਿਅਤ ਕਰਨ ਵਾਸਤੇ ਅਗਰ ਕੋਈ ਸਿਵਲ ਪਰਸਨਲ ਲਾਅ ਦੇ ਅੰਦਰ ਮੈਂ ਨਹੀਂ ਸਮਝਦਾ ਵੀ ਕਿਸੇ ਕਿਸਮ ਦੀ ਦਖਲ ਹੋਊਗੀ। ਥੀਸ ਆਰ ਮੈਟਰ ਆਫ ਐਮਪਾਵਰਿੰਗ ਸਿਵਲ ਰਾਈਟ, ਵੀ ਅਗਰ ਕੋਈ ਉਸ ਧਰਮ ਦੇ ਅੰਦਰ ਵੀ ਆਪਣੇ ਰਾਈਟ ਕਲੇਮ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਰਾਈਟ ਕਲੇਮ ਕਰ ਸਕਦਾ ਹੈ। ਦਿਸ ਇਜ਼ ਦਾ ਬੇਸਿਕ ਫੰਡਾਮੈਂਟਲ ਪ੍ਰਿੰਸੀਪਲ। ਇਟ ਇਜ਼ ਮੇਰਾ ਮੰਨਣਾ ਹੈ ਵੀ ਆਹ ਜਿਹੜਾ ਕਾਨੂੰਨ ਆ ਰਿਹਾ ਹੈ, ਆਹ ਐਮਪਾਵਰਮੈਂਟ ਵਾਸਤੇ ਹੈ। ਫॉर ਐਵਰੀ ਸੈਕਸ਼ਨ ਇਟ ਸ਼ੁੱਡ ਬੀ ਸੇਮ, ਚਾਹੇ ਕਿਸੇ ਧਰਮ 'ਚ ਬੈਠਾ ਹੋਵੇ, ਉਹਦੇ ਆਪਣੇ ਰਾਈਟ ਸਿਕਿਉਰ ਹੋਣ। ਇਨਹੈਰੀਟੈਂਸ ਦੇ ਹੈ, ਬੱਚੇ ਗੋਦ ਲੈਣੇ ਹੈ, ਅਡੋਪਸ਼ਨ ਦੇ ਹੈ, ਮੇਨਟੇਨੈਂਸ ਦੇ ਹੈ, ਇਹਨਾਂ ਮਸਲਿਆਂ ਨੂੰ ਐਡਰੈਸ ਕਰੂਗਾ ਬਿਨਾਂ ਦੇਖੇ। ਹੁਣ ਮੈਂ ਵੀ ਗੁਣਗਾਨ ਤੋਂ, ਸੁਨੀਲ ਵੀ ਗੁਣਗਾਨ ਗਾਈ ਜਾਂਦਾ, ਬਟ ਜਿੰਨਾ ਮੈਂ ਸਮਝਿਆ ਉੱਥੋਂ ਪੁੱਛ ਕੇ ਜਿਹੜੀ ਆਇਆ ਡਰਾਫਟ, ਅਜੇ ਮੇਰਾ ਇਹ ਕਹਿਣਾ ਹੈ ਡਰਾਫਟ ਆ ਜਾਣ ਦਿਓ। ਕੰਸਰਨ ਸਾਰਿਆਂ ਦੇ ਇੱਕ ਵਰਗੇ ਹੈ। ਅਸੀਂ ਜਿੱਥੇ ਕਿਤੇ ਧੱਕੇ ਦੇ ਖਿਲਾਫ ਆਪਣੀ ਆਵਾਜ਼ ਵਿਚਾਰਿਆ ਜਾਊਗਾ ਵਿੱਚ, ਬਿਲਕੁਲ ਸਾਹਿਬ, ਹੋਣਾ ਹੀ ਨਹੀਂ ਚਾਹੀਦਾ ਸਾਹਿਬ। ਚਾਹੇ ਟਰਾਈਬਲ ਜਿਹੜੇ ਉੱਥੇ ਆਪਣੇ ਵਾਂਗੂ ਉਹਨਾਂ ਦਾ ਰਿਵਾਜ ਦੂਜੀ ਤਰ੍ਹਾਂ ਹੈ, ਇੱਥੇ ਮਲਟੀਪਲ ਹਸਬੈਂਡਸ ਦਾ ਵੀ ਹੈ ਰਿਵਾਜ, ਹਰੇਕ ਦੀ ਆਪਦੀਆਂ, ਬਟ ਰਾਈਟਸ ਜਿਹੜੇ ਉਹਨਾਂ ਦੀ ਅਧਿਕਾਰ ਹੈ ਉਹ ਸਿਕਿਉਰ ਹੋਣੇ ਚਾਹੀਦੇ। ਕਿਤੇ ਧਰਮ ਦੇ ਨਾਂ ਦੇ ਉੱਤੇ ਕਿਸੇ ਦੇ ਉੱਤੇ ਹੈ ਨਾ, ਕਿਸੇ ਬੱਚੀ ਜਾਂ ਕਿਸੇ ਦੇ ਉੱਤੇ ਧੱਕਾ ਨਾ ਹੋ ਜੇ। ਦੈਟ ਇਜ਼ ਵਟ ਆਈ ਬਿਲੀਵ ਇਟ ਇਜ਼। ਤੇ ਦੂਜੀ ਤੁਸੀਂ ਸਵਾਲ ਕੀਤਾ ਵਿਧਾਨ ਸਭਾ ਦੀ ਜ਼ਮੀਨ ਨਾ ਕਿਤੇ ਚੰਡੀਗੜ੍ਹ ਸਾਡਾ ਹੈ ਸਾਹਿਬ, ਇੰਚ ਜਿੰਨੀ ਜਾਣ ਦਿੰਦੇ 10 ਏਕੜ ਦੀ ਗੱਲ ਕਰੀ ਜਾਂਦੇ ਹੋ, ਕਿਤੇ ਨਹੀਂ ਜਾਂਦਾ। ਉਹ ਅਖਬਾਰ 'ਚ ਖਬਰ ਆਈ ਹੈ, ਉਹ ਇਸ ਗੱਲ ਦੀ ਖਬਰ ਸੀ, ਹਰਿਆਣੇ ਨੇ ਪ੍ਰਪੋਜ਼ਲ ਬਣਾ ਕੇ ਗਵਰਨਰ ਸਾਹਿਬ ਨੂੰ ਭੇਜਤੀ ਵੀ ਅਸੀਂ 10 ਏਕੜ ਦੇ ਥਾਂ ਤੁਹਾਨੂੰ 12 ਦੇਈ ਜਾਂਦੇ ਹਾਂ, ਤੁਸੀਂ ਸਾਰਾ ਅੱਧਾ ਹਰਿਆਣਾ ਲਿਖ ਦਿਓ ਤਾਂ ਵੀ ਨਹੀਂ, ਅਸੀਂ ਚੰਡੀਗੜ੍ਹ ਸਾਡਾ ਹੈ। ਮੇਰਾ ਤਾਂ ਚੰਡੀਗੜ੍ਹ ਸਾਡਾ ਜਾਖੜ ਸਾਹਿਬ ਇਹ ਪੋਲੀਟੀਕਲ ਸਟੇਟਮੈਂਟ ਹੈ ਜਾਂ ਜਾਖੜ ਦੇ ਲਈ ਜਾਨ ਵੀ ਦੇ ਦੇਣਗੇ? ਜਾਨ ਜੂਨ ਦੀ ਨੌਬਤ ਮਤਲਬ ਇਹ ਮੁੱਦੇ ਤਾਂ ਲਟਕਦੇ ਆ ਰਹੇ ਨਾ ਜਾਖੜ ਸਾਹਿਬ, ਬੜੇ ਚਿਰ ਤੋਂ ਹੋ ਗਿਆ। ਮੈਂ ਕਾਂਗਰਸ 'ਚ ਵੀ ਰਹੇ ਨਾ, ਕਾਂਗਰਸ ਨੇ ਗੱਲ ਕੀਤਾ, ਭਾਜਪਾ ਨੇ ਹੱਲ ਕੀਤਾ। ਜਾਨ ਦੇਣ ਦੀ ਨੌਬਤ ਉਦੋਂ ਆਊਗੀ ਸਾਹਿਬ ਜਦੋਂ ਜਾਊਗਾ, ਅਸੀਂ ਜਾ ਕੇ ਆਪਣੀ ਰੱਖਾਂਗੇ ਸਾਹਿਬ। ਜਾਨ ਜੂਨ ਵਾਲੇ ਦੀ ਨੌਬਤ ਨਾ ਤਾਂ ਕਿਤੇ ਆਣੀ, ਨਾ ਆਣ ਦੇਵਾਂਗੇ। ਕਹਿਣ ਦਾ ਮਤਲਬ ਤੁਹਾਡੇ ਭਾਜਪਾ 'ਚ ਹੁਣ ਦਾ ਜਾਖੜ ਸਾਹਿਬ ਪੰਜਾਬ ਨੂੰ ਇਹੀ ਫਾਇਦਾ ਹੋਊਗਾ ਵੀ ਜੇ ਤੁਸੀਂ ਇੱਥੇ ਗੱਲ ਫਲੋਟ ਕਰੋਗੇ। ਮੈਂ ਇਸ ਤੋਂ ਜ਼ਿਆਦਾ ਅੱਜ ਦੇ ਦਿਨ ਤੁਹਾਡਾ ਚੈਨਲ ਦੇ ਸਾਰੇ ਦੁਨੀਆ 'ਚ ਇਸ ਤੋਂ ਵੱਡਾ ਹੋਰ ਕੀ ਕਹਿਣ। ਮੈਂ ਕੋਈ ਚਾਈਨਾ ਵਾਲਾ ਗੁਬਾਰਾ ਤਾਂ ਹੈ ਨਹੀਂ ਵੀ ਮੈਂ ਛੱਡ ਦਿਆਂ। ਮੈਂ ਤੁਹਾਡੇ ਸਾਹਮਣੇ ਕਹਿ ਰਿਹਾ ਸਾਹਿਬ, ਅੱਜ ਮੈਂ ਕਹਿ ਰਿਹਾ ਜੀ ਮੈਂ ਛੱਡ ਦੂੰਗਾ, ਜਾਨ ਦੇ ਦੂੰਗਾ, ਫਰਜ਼ੀਆਂ ਜਿਹੀਆਂ ਗੱਲਾਂ ਲੱਗਦੀਆਂ। ਫਰਜ਼ੀ ਮੈਂ ਤਾਂ ਕਹਿੰਦਾ ਵੀ ਇਹ ਮਸਲੇ ਹੱਲ ਵੀ ਹੋਣਗੇ ਜਾਖੜ ਸਾਹਿਬ ਜਾਂ ਸਟੇਟਮੈਂਟ ਤੱਕ ਰਹਿਣਗੇ? ਦੇਖੋ ਹੱਲ ਜੇ ਤੁਸੀਂ ਮੇਰੇ ਤੋਂ ਭਾਲਦੇ ਹੋ ਇੰਨੇ ਸਾਲਾਂ 'ਚ 65-66 ਤੋਂ ਲੈ ਕੇ ਅੱਜ ਤੇ ਹੱਲ ਲਟਕਿਆ ਕਿ ਸੋਏ ਕਹਿੰਦੇ ਵੀ ਸੁਨੀਲ ਜੇ ਇੰਨੇ ਟਾਈਮ ਵੀ ਬਣਿਆ ਤੇ ਨਿਬੇੜ ਦੂਗਾ। ਬਟ ਮੈਂ ਪੰਜਾਬ ਦੇ ਜਿਹੜੇ ਮੁੱਢਲੇ ਮੁੱਦੇ ਆ ਸਾਹਿਬ ਉਹਨਾਂ ਨੂੰ ਰਿਜ਼ੋਲਵ ਕਰਨ ਵਾਸਤੇ ਪੰਜਾਬ ਦੀ ਆਵਾਜ਼ ਰੱਖੂੰਗਾ। ਤੇ ਇਸ ਜਿਹੜੀ ਜ਼ਿੰਮੇਵਾਰੀ ਹੈ ਉਹਦੇ ਬਨਿਸਬਤ ਹੋ ਸਕਦਾ ਮੇਰੀ ਗੱਲ ਥੋੜ੍ਹੀ ਧਿਆਨ ਨਾਲ ਸੁਣੀ ਜਾਵੇ। ਮੈਂ ਇੰਨਾ ਤੁਹਾਨੂੰ ਕਹਿ ਸਕਦਾ ਵੀ ਮੇਰੇ ਕੰਨੇ ਆਵਾਜ਼ ਉਠਾਉਣ ਦੇ ਵਿੱਚ ਕਿਤੇ ਕੋਤਾਹੀ ਨਹੀਂ ਹੋਊਗੀ। ਮੇਰੇ ਫਕਰ ਦਾ ਕੀ ਹੈ ਸਾਹਿਬ,
ਪਹਿਲਾਂ ਉਹਨਾਂ ਨੇ ਦਰਵਾਜ਼ਾ ਦਿਖਾਤਾ ਤੇ ਮੈਂ ਤਾਂ ਪੰਜਾਬ ਦੀ ਗੱਲ ਕਰਦਾ ਰਹੂੰਗਾ ਵਟ ਐਵਰ ਦਾ ਪ੍ਰਾਈਸ ਦੇਅਰ ਇਜ਼ ਅਟੈਚ ਟੂ ਇਟ। ਆਖਰੀ ਸਵਾਲ ਜਾਖੜ ਸਾਹਿਬ, ਗੁਰਬਾਣੀ ਦੇ ਮਸਲੇ ਤੇ ਸਰਕਾਰ ਨੇ ਜਿਹੜਾ ਅਮੈਂਡਮੈਂਟ ਕੀਤੀ ਹੈ, ਗਵਰਨਰ ਸਾਹਿਬ ਦਾ ਤੇ ਸੀਐਮ ਸਾਹਿਬ ਦਾ ਆਪਸੀ ਕਲੇਸ਼ ਬਹੁਤ ਪਿਆ ਰਹਿੰਦਾ। ਹੁਣ ਵੀ ਉਹ ਕਹਿੰਦੇ ਵੀ ਬਿੱਲ ਸਾਈਨ ਨਹੀਂ ਕੀਤੇ ਗਵਰਨਰ ਸਾਹਿਬ ਨੇ। ਤੁਸੀਂ ਇਹ ਸਾਰੀ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ? ਆ UCC ਵਾਲੀ ਗੱਲ ਫੇਰ ਆ ਗਈ ਸਰ। ਮੈਂ ਉਦੋਂ ਵੀ ਕਿਹਾ ਸੀਗਾ ਵੀ ਆ ਹੋਣਾ ਚਾਹੀਦਾ। ਆ ਮੋਨੋਪਲੀ ਦਰਬਾਰ ਸਾਹਿਬ ਦੇ ਅੰਦਰ ਇੱਕੋ ਹੀ ਚੈਨਲ PTC ਕਰੇ ਪ੍ਰਸਾਰਣ, ਬਿਲਕੁਲ ਬੰਦ ਹੋਣਾ ਚਾਹੀਦਾ, ਬਿਲਕੁਲ। ਪਰ ਉੱਥੇ ਮੈਂ ਕਿਹਾ ਸੀ ਵੀ ਕਿਸੇ ਧਾਰਮਿਕ ਭਾਵਨਾ ਦੇ ਅੰਦਰ ਸਰਕਾਰ ਦਾ ਦਖਲ ਨਹੀਂ ਹੋਣਾ ਚਾਹੀਦਾ। ਹੋਰ ਆ UCC ਦਾ ਜੀ, ਵੀ ਕਿਸੇ ਬੱਚੀ ਨਾਲ ਧੱਕਾ ਹੋ ਰਿਹਾ ਤਾਂ ਉਹਨੂੰ ਪ੍ਰੋਟੈਕਟ ਕਰੋ, ਪਰ ਤੁਸੀਂ ਉਹਨਾਂ ਦੀ ਧਾਰਮਿਕ ਭਾਵਨਾ ਨੂੰ ਨਾ ਛੇੜੋ ਸਾਹਿਬ। ਅਸੀਂ ਧਰਮ ਨਾਲ ਜੁੜੇ ਹਾਂ ਸਭ, ਸਾਰੇ ਹਰੇਕ ਜਿਸ ਖਿੱਤੇ 'ਚ ਕਿਸੇ ਧਰਮ 'ਚ ਬੈਠਾ ਹਰੇਕ ਦਾ ਧਰਮ ਉਹਨੂੰ ਪਿਆਰਾ ਹੈ। ਸਾਡਾ ਕਨਸਟੀਟਿਊਸ਼ਨ ਕਹਿੰਦਾ ਯੂ ਆਰ ਫਰੀ ਟੂ ਪ੍ਰੈਕਟਿਸ ਯਰ ਓਨ ਰਿਲੀਜਨ, ਕਰੋ ਸਾਹਿਬ, ਪਰ ਧੱਕਾ ਕਰੀਏ, ਗਲਤ ਕਰੀ ਜਾਂਦੇ ਹੋ ਸਾਹਿਬ। ਹੁਣ ਕੀਤਾ ਜੇ ਪਹਿਲਾਂ ਹੀ ਕਰ ਲੈਂਦੇ, ਜਿਹੜਾ ਕੰਮ ਕੀਤਾ ਹੈ ਪਹਿਲਾਂ ਕਰ ਲੈਂਦੇ ਸਾਹਿਬ। ਉਹ ਸਰਕਾਰ ਵੱਲੋਂ ਚੁੱਕਿਆ ਗਿਆ ਕਦਮ ਠੀਕ ਹੈ ਜਾਂ ਨਹੀਂ? ਕਿਉਂਕਿ SGPC ਨਹੀਂ, ਸਰਕਾਰ ਮੈਂ ਨਹੀਂ ਸਮਝਦਾ ਸਾਹਿਬ ਕਿੱਡਾ ਵੱਡਾ ਵੀ ਕਾਜ਼ ਹੋਵੇ। ਇੱਕ ਪ੍ਰੈਸ਼ਰ ਬਿਲਡ ਕਰਕੇ ਧਾਰਮਿਕ ਇੰਟੈਲੈਕਚੁਅਲ ਸਾਰਿਆਂ ਨੂੰ ਮਿਲ ਕੇ, ਸਾਰੇ ਸਿੱਖ ਸਮਾਜ ਨੂੰ ਇਕੱਠੇ ਹੋ ਕੇ ਜਿਹੜੇ ਆਗੂ ਆ ਉਹਨਾਂ ਨੂੰ ਕਰਨਾ ਚਾਹੀਦਾ ਸੀ। ਵੀ ਆ ਕਹਿਤਾ ਸੀ ਜਥੇਦਾਰ ਸਾਹਿਬ ਨੇ, ਉਸ ਗੱਲ ਲਟਕੀ ਜਾਂਦੀ ਸੀ, ਹੁਣ ਸਿਰੇ ਚੜ ਗਿਆ। ਬਟ ਇਸ ਬਹਾਨੇ ਆ ਤਾਂ ਇੱਕ ਦਰਵਾਜ਼ਾ ਖੋਲ੍ਹਤਾ ਸਾਹਿਬ। ਇਹਦੇ ਵਿੱਚ ਇੱਕ ਵੱਡਾ ਸ਼ੱਕ ਇਸ ਕਰਕੇ ਪੈਦਾ ਹੋ ਜਾਂਦਾ ਵੀ ਭਗਵੰਤ ਮਾਨ ਜੀ ਨੇ ਨਹੀਂ ਕੀਤਾ, ਉਹ ਦਿੱਲੀੋਂ ਹੋਇਆ। ਇਹਦੇ ਕਰਕੇ ਹੋਰ ਸ਼ੱਕ ਵਾਲੀ ਗੱਲ ਹੈ ਵੀ ਇੱਕ ਦਰਵਾਜ਼ਾ, ਉਹ ਕਹਿੰਦੇ ਨੇ ਵੱਡੇ ਦਰਵਾਜ਼ੇ ਦੇ ਅੰਦਰ ਇੱਕ ਚੋਰ ਮੋਰੀ ਜਿਹਨੂੰ ਕਹਿੰਦੇ, ਚੋਰ ਮੋਰੀ ਖੋਲ੍ਹ ਲਈ। ਅੱਜ ਤਾਂ ਤੁਸੀਂ ਚਲੋ ਇੱਕ ਲੋਕਾਂ ਦੀ ਭਾਵਨਾ ਨਾਲ ਜੁੜਿਆ ਮੁੱਦਾ ਸੀ ਵੀ ਬੰਦ ਕਰਾਉਣਾ ਹੈ, PTC ਇੱਥੋਂ ਪ੍ਰਸਾਰਣ ਬੰਦ ਕਰਾਉਣਾ ਹੈ। ਕੱਲ੍ਹ ਤੁਸੀਂ ਕਹਿ ਦਿਓਗੇ ਵੀ ਇਹਦੇ ਵਿੱਚ ਸਹਿਜਧਾਰੀਆਂ ਦੇ ਵੋਟ ਵੀ ਪੈਣੇ, ਕੱਲ੍ਹ ਕਹਿ ਦਿਓਗੇ ਜੀ ਇਹਦੇ ਵਿੱਚ ਆਹ ਕਾਨੂੰਨ ਤਰਮੀਮ ਕਰਨਾ ਹੈ, ਫਿਰ ਤਾਂ ਕੇਜਰੀਵਾਲ ਸਾਹਿਬ ਆ ਉੱਥੇ ਦਿੱਲੀ 'ਚ ਕੋਈ ਬੈਠਾ ਕੇ ਤਰਮੀਮ ਕਰਨ ਲੱਗ ਜੂਗਾ ਸਾਹਿਬ। ਇਸ ਗੱਲ ਦਾ ਅਸੀਂ ਵਿਰੋਧ ਕਰਦੇ ਹਾਂ ਸਾਹਿਬ। ਮੇਰਾ ਵਿਰੋਧ ਪ੍ਰਿੰਸੀਪਲ ਹੈ ਸਾਹਿਬ। ਇਟ ਇਜ਼ ਬੇਸਡ ਔਨ, ਚਾਹੇ UCC ਹੈ, ਤੁਸੀਂ ਧਰਮ ਦੇ ਮਸਲਿਆਂ 'ਚ ਨਾ ਦਿਓ, ਪਰ ਆਹ ਜਿਹੜਾ ਹੋਇਆ ਹੁਣ ਕੀਤਾ ਹੀ ਹੈ ਸਾਹਿਬ। ਹੁਣ ਕੀਤਾ ਤਾਂ ਚੰਗੀ ਗੱਲ ਹੈ। ਜੇ ਕਿਸੇ ਸਮਾਜ 'ਚ ਧੱਕਾ ਹੋ ਰਿਹਾ, ਜੇ ਸਮਾਜ ਵਾਲੇ ਪਹਿਲੇ ਉੱਠ ਕੇ ਉਹਨੂੰ ਕਰ ਲੈਣ ਵੀ ਸਾਰਿਆਂ ਦਾ ਬਰਾਬਰ ਦਾ ਹੱਕ ਹੈ, ਜੇ ਇੱਥੇ ਪੜੋਸ 'ਚ ਕਰ ਸਕਦੇ ਹੈ, ਦੂਜੇ ਉਹ ਜਿਹੜੇ ਅਰਬ ਵਾਲੇ ਮੁਲਕ ਕਰ ਸਕਦੇ ਹੈ, ਜਾਂ ਕਿਸੇ ਨੂੰ ਇਸਕੇ ਤਾਂ ਕੋਈ, ਮੈਂ ਨਹੀਂ ਸਮਝਦਾ ਕਿਸੇ ਦੇ ਧਰਮ 'ਚ ਦਖਲ ਦੇਣੀ ਚਾਹੀਦੀ ਹੈ, ਪਰ ਹੱਕ ਸਾਰਿਆਂ ਦਾ ਇਨਸ਼ੋਰ ਹੋਣਾ ਚਾਹੀਦਾ ਇਸ ਭਾਵਨਾ ਨਾਲ। ਕਿਉਂਕਿ ਸਾਨੂੰ ਸਿਖਾਇਆ ਗੁਰੂਆਂ ਨੇ ਆ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ, ਸਾਰਿਆਂ ਨੂੰ ਸਰਬ ਸਾਂਝੀਵਾਲਤਾ ਦੀ ਜਿਹੜੀ ਹੈ ਉਹ ਗੁੜਤੀ ਹੈ ਸਾਹਿਬ, ਉਹਨੂੰ ਲੈ ਕੇ ਚੱਲਦੇ ਹਾਂ। ਉਹੀ ਸਾਡਾ ਮੂਲ ਮੰਤਰ ਹੈ। ਬਾਕੀ ਲੋਕਾਂ 'ਤੇ ਨਿਰਭਰ ਕਰਦਾ ਕੌਣ ਕਿਹਨੂੰ ਸਵੀਕਾਰਦੇ ਨਹੀਂ ਕਰਦੇ। ਬਹੁਤ ਧੰਨਵਾਦ ਜਾਖੜ ਸਾਹਿਬ ਜਗਬਾਣੀ ਨੂੰ ਸਮਾਂ ਦੇਣ ਲਈ। ਥੈਂਕ ਯੂ ਵੈਰੀ ਮਚ। ਥੈਂਕ ਯੂ।